ਤਾਂ ਇੱਥੇ ਅਸੀਂ ਗੱਲ ਕਰਾਂਗੇ ਕਿ ਸਬਰ ਕਿਸ ਗੱਲ ਦਾ ਰੱਖਿਆ ਜਾਵੇ। ਖਿਡਾਰਨਾਂ ਦੇ ਨਾਲ, ਧੀਆਂ ਦੇ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ, ਉਹਨਾਂ ਦੇ ਨਾਲ ਛੇੜਛਾੜ ਦੀਆਂ ਘਟਨਾਵਾਂ ਹੁੰਦੀਆਂ ਨੇ, ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ, ਉਹਨਾਂ ਨੂੰ ਰਸਦ ਦੇਣ ਦੇ ਲਈ, ਉਹਨਾਂ ਨੂੰ ਉਹਨਾਂ ਦੇ ਇਲਾਜ ਕਰਵਾਉਣ ਦੇ ਲਈ ਪੈਸੇ ਦੇਣ ਤੱਕ ਨੂੰ ਲੈ ਕੇ ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ, ਇਹ ਸਭ ਕੁਝ ਉਹਨਾਂ ਨੇ ਜਗ ਜ਼ਾਹਿਰ ਕੀਤਾ ਹੈ। ਹੁਣ ਤਾਂ ਗੱਲਾਂ ਬਾਤਾਂ ਇੱਥੋਂ ਤੱਕ ਪਹੁੰਚ ਗਿਆ ਕਿ ਉਹਨਾਂ ਨੂੰ ਆਪਸ ਦੇ ਵਿੱਚ ਪਾੜਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ। ਅਕਸਰ ਜਿਹੜਾ ਹੈਗਾ ਧੀ ਬਾਰੇ ਕਿਹਾ ਜਾਂਦਾ ਹੈ, ਇੱਕ ਬਾਪ ਵੱਲੋਂ ਕਹੇ ਗਏ ਸ਼ਬਦ ਹੁੰਦੇ ਕਿ ਧੀਏ ਮੇਰੀ ਪੱਗ ਨੂੰ ਦਾਗ ਨਾ ਲਵਾਈ। ਅਤੇ ਜੇ ਜਿਨ੍ਹਾਂ ਦੀ ਪਗੜੀ ਹੋਵੇ ਬਾਪ ਹੀ ਜਿਹੜੇ ਹੈਗੇ ਇਸ ਪਾਸੇ ਵੱਲ ਨੂੰ ਤੁਰ ਲੈਣ, ਧੀਆਂ ਜਿਹੜੀਆਂ ਹੈਗੀਆਂ ਉਸ ਗੱਲ ਦੀ ਸੁਣਵਾਈ ਕਰਨ ਦੇ ਲਈ ਕਿਤੇ ਉਹ ਪ੍ਰੈਸ ਕਾਨਫਰੰਸਾਂ ਕਰਦੀਆਂ, ਕਿਤੇ ਉਹਨਾਂ ਦੀਆਂ ਅੱਖਾਂ 'ਚੋਂ ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਹੰਝੂ ਕਰਦੇ ਆ ਨਿਆਂ ਤੇ ਇਨਸਾਫ ਲੈਣ ਦੇ ਲਈ, ਇਸ ਤੋਂ ਵੱਡੀ ਗੱਲ ਕੀ ਹੋਰ ਮੰਦਭਾਗੀ ਹੋ ਸਕਦੀ ਹੈ। ਜਦੋਂ ਤੁਸੀਂ ਕਹਿ ਦੇਖਦੇ ਧੀਆਂ, ਧੀਆਂ ਨਵਦੀਪ ਸ਼ਬਦ ਇੱਕ ਆਪਣੇ ਆਪ 'ਚ ਬੜਾ ਭਾਵੁਕ ਸ਼ਬਦ ਹੈ, ਜਿਹਦੇ ਨਾਲ ਕੋਈ ਪਰਿਵਾਰ ਦੀ ਧੀ ਹੋਵੇ ਤਾਂ ਵੀ, ਪਿੰਡ ਦੀ ਧੀ ਹੋਵੇ, ਸੂਬੇ ਦੀ ਧੀ ਹੋਵੇ, ਦੇਸ਼ ਦੀ ਧੀ ਹੋਵੇ, ਇੱਕ ਬਹੁਤ ਹੀ ਰਿਸਪੈਕਟੇਬਲ ਔਰ ਇਮੋਸ਼ਨਲ ਸ਼ਬਦ ਹੈ ਕਿ ਜਦੋਂ ਧੀ ਦੀ ਇੱਜ਼ਤ ਦਾ ਸਵਾਲ ਹੁੰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਹਨਾਂ ਪਹਿਲਵਾਨ ਔਰਤਾਂ ਨੂੰ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹਨਾਂ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇ, ਤੇ ਜੇਕਰ ਇਨਸਾਫ ਨਹੀਂ ਦਿੱਤਾ ਜਾਵੇਗਾ ਤਾਂ ਫਿਰ ਅੰਦੋਲਨ ਇੱਕ ਵਾਰ ਫਿਰ ਤੋਂ ਤੇਜ਼ੀ ਫੜੇਗਾ। ਪਰ ਇਹ ਅਕਸਰ ਆਉਂਦਾ ਮੀਡੀਆ ਦੇ ਅੰਦਰ ਕਿ ਵੀ ਅੱਜ ਫਲਾਂ ਜਗ੍ਹਾ 'ਤੇ ਛਾਪਾ, ਈਡੀ ਦਾ ਛਾਪਾ, CBI ਦਾ ਛਾਪਾ, ਦੂਜੇ ਇਨਕੁਆਇਰੀ ਜਾਂਚ ਜਿਹੜੀ ਹੈਗੀ ਹੈ, ਇਸ ਮੁੱਦੇ ਦੇ ਉੱਤੇ ਕਿਉਂ ਨਹੀਂ ਕੁਝ ਹੋ ਰਿਹਾ। ਜਿਨਸੀ ਸ਼ੋਸ਼ਣ ਦਾ ਮਾਮਲਾ ਤਾਂ ਨਦੀ ਬਿਲਕੁਲ ਇੱਕ ਸਧਾਰਨ ਕਿਸੇ ਵਿਅਕਤੀ ਨਾਲ ਵੀ ਹੋਇਆ ਹੋਵੇ ਉਹਦਾ ਵੀ ਅਧਿਕਾਰ ਬਣਦਾ, ਰਾਈਟ ਬਣਦਾ, ਕਿਸੇ ਵੀ ਕੁੜੀ ਦਾ ਅਧਿਕਾਰ ਬਣਦਾ ਹੈ ਕਿ ਜੇ ਉਹਦੇ ਨਾਲ ਜ਼ਾਤੀ ਹੋਈ ਹੈ ਨਿਆਂ ਤੇ ਇਨਸਾਫ ਕਿਉਂ ਨਹੀਂ ਲੈ ਸਕਦੀ ਉਹ, ਤੇ ਵੀ ਸਾਡੀਆਂ ਕੁੜੀਆਂ ਕਿਉਂ ਨਹੀਂ ਲੈ ਸਕਦੀਆਂ, ਇੰਨੀ ਗੱਲ ਹੈ ਨਾ। ਇਸ ਗੱਲ ਹੀ 'ਚ ਇਸ ਮੁਲਕ 'ਚ ਲੜਨਾ ਪਏ। ਜਮਹੂਰੀਅਤ ਦੇ ਵੱਡੇ ਵੱਡੇ ਡਾਂਕੇ ਵਜਾਏ ਜਾਂਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਹੈ। ਇਹ ਜਮਹੂਰੀ ਮੁਲਕ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ ਜਦੋਂ ਕੁੜੀਆਂ ਇਸੇ ਗੱਲ ਦੇ ਲਈ ਲੜਾਈ ਲੜਦੀਆਂ ਕਿ ਜਿਨਸੀ ਸ਼ੋਸ਼ਣ ਦੇ ਮੁੱਦੇ 'ਤੇ ਸਾਨੂੰ ਨਿਆਂ ਨਹੀਂ ਮਿਲ ਰਿਹਾ। ਪਰ ਹੁਣ 700 ਦਾ ਵੀ ਬਹੁਤ ਵੱਡੀ ਗਿਣਤੀ ਹੈ। ਬੇਸ਼ੱਕ ਉੱਥੋਂ ਦੀ ਸਰਕਾਰ ਨੇ, ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਅਸੀਂ ਨਿਆਂ ਤੇ ਇਨਸਾਫ ਇਹਨਾਂ ਨੂੰ ਮਿਲੇਗਾ, ਕਿਉਂਕਿ ਕਸੂਰ ਇਹਨਾਂ ਦੇ ਨਹੀਂ, ਕਸੂਰ ਉਹਨਾਂ ਦਾ ਹੈ ਜਿਨ੍ਹਾਂ ਨੇ ਇਹਨਾਂ ਨਾਲ ਜ਼ਿਆਦਤੀ ਕੀਤੀ ਹੈ, ਜਿਨ੍ਹਾਂ ਨੇ ਧੋਖਾ ਕੀਤਾ ਹੈ। ਬਹੁਤ ਸਾਰੇ ਏਜੰਟ ਨੇ ਜਿਹੜੇ ਘਰਾਂ ਦੇ ਬਾਹਰ ਹੀ ਆਪਣੇ ਡੇਰੇ ਖੋਲ੍ਹ ਕੇ ਬੈਠੇ ਹੋਏ ਨੇ, ਤਾਂ ਸਾਡੇ ਬੱਚੇ ਲਗਾਤਾਰ ਉਹਨਾਂ ਏਜੰਟਾਂ ਦੇ ਮੂੰਹਾਂ ਦੇ ਵਿੱਚ ਜਾ ਰਹੇ ਨੇ, ਕਿਉਂਕਿ ਏਜੰਟ ਕਿਵੇਂ ਨਾ ਕਿਵੇਂ ਉਹਨਾਂ ਨੂੰ ਬਾਹਰ ਤਾਂ ਭੇਜ ਦਿੰਦੇ ਨੇ, ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ 25, 30 ਜਾਂ 40 ਲੱਖ ਰੁਪਇਆ ਲਾ ਕੇ ਅਸੀਂ ਜਿੱਥੇ ਜਾ ਰਹੇ ਹਾਂ ਉੱਥੇ ਸੇਫ ਵੀ ਹਾਂ। ਜਿਸ ਕਦਰ ਪੰਜਾਬ ਦਾ ਹਾਲ ਹੋਇਆ, ਉਹ ਕਹਿੰਦੇ ਸੀ ਸਾਡੇ ਨਾਲੋਂ ਵੱਡਾ ਕੋਈ ਨਿਆਂ ਪਸੰਦ ਨਹੀਂ ਹੈਗਾ, ਅਸੀਂ ਤਾਂ ਪੰਜਾਬ ਦੀ ਖਾਤਰ ਹੀ, ਮਤਲਬ ਮੈਂ ਨਵਦੀਪ ਜਿਹੜਾ ਹੈਗਾ ਗੱਲ ਹੋਰ ਪਾਸੇ ਚਲੀ ਜਾਂਦੀ ਹੈ। ਮੰਤਰੀਆਂ ਦੇ ਕਮਰਿਆਂ 'ਚ ਜਿਹੜੀਆਂ ਹੈਗੀਆਂ ਤਖਤੀਆਂ ਲੱਗੀਆਂ ਦੇਖੀਆਂ ਕਿ ਅਸੀਂ ਸੇਵਾ ਲਈ ਆਉਂਦੇ ਹਾਂ। ਸੇਵਾ ਸਾਡਾ ਕੁਝ ਲੋਕਾਂ ਨੇ ਬਣਾ ਲਿਆ ਕਿ ਸੇਵਾ ਨਹੀਂ, ਇਹ ਤਾਂ ਮੇਵਾ ਲਈ ਆਉਂਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਝਾਤ ਮਾਰਦੇ ਹਾਂ ਵੱਖ-ਵੱਖ ਖਬਰਾਂ ਦੀਆਂ ਸਰਗਰਮੀਆਂ ਤੇ, ਕਰਦੇ ਹਾਂ ਉੱਥੋਂ ਖਬਰਾਂ ਇਕੱਠੀਆਂ ਤੇ ਨਾਲ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਕਿ ਆਖਿਰਕਾਰ ਕਿਹੜੀ ਖਬਰ ਦੇ ਪਿੱਛੇ ਕੀ ਕੁਝ ਖਾਸ ਚੱਲ ਰਿਹਾ, ਤੇ ਨਾਲ ਤੁਹਾਨੂੰ ਵੀ ਦੱਸਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ। ਕੋਸ਼ਿਸ਼ ਕਰਦੇ ਹੁੰਦੀ ਹੈ ਕਿ ਹਰ ਇਨਫੋਰਮੇਸ਼ਨ ਤੁਹਾਨੂੰ ਸਮਾਂ ਰਹਿੰਦੇ ਆ ਜਿਹੜੀ ਉਹ ਪਹੁੰਚਾਈ ਜਾਵੇ। ਸੋ ਸਾਰੀਆਂ ਹੀ ਖਬਰਾਂ ਤੇ ਪ੍ਰੋਪਰ ਇਨਫੋਰਮੇਸ਼ਨ ਦੇਣ ਦੇ ਲਈ ਅਕਸਰ ਸਾਡੇ ਨਾਲ ਸਟੂਡੀਓ ਦੇ ਵਿੱਚ ਦਰਸ਼ਕਾਂ ਦੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ, ਮਿਹਰਬਾਨੀ, ਤੁਸੀਂ ਮੌਕਾ ਦਿੰਦੇ ਹੋ ਇਸ ਪ੍ਰੋਗਰਾਮ ਦੇ ਆਉਣ ਦੇ ਲਈ, ਧੰਨਵਾਦ। ਵੈਸੇ ਤਾਂ ਸਾਰੇ ਦਰਸ਼ਕ ਸਿੱਧੂ ਸਾਹਿਬ ਨੂੰ ਜਾਣਦੇ ਨੇ, ਪਰ ਫਿਰ ਵੀ ਇੱਕ ਵਾਰ ਮੈਂ ਤੁਹਾਨੂੰ ਦੱਸ ਦਵਾਂ ਕਿ ਸਿੱਧੂ ਸਾਹਿਬ ਉਹ ਸ਼ਖਸੀਅਤ ਨੇ ਜੋ ਫੀਲਡ ਦੇ ਵਿੱਚੋਂ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਦੇ ਨੇ। ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਖਦੇ ਹੋ, ਨਜ਼ਰੀਆ, ਡਿਬੇਟ ਤੇ ਹੋਰ ਆਮਣੇ ਸਾਹਮਣੇ ਪ੍ਰੋਗਰਾਮ 'ਚ ਇਹ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਇਹ ਵੱਡੇ ਵੱਡੇ ਲੀਡਰਾਂ ਨੂੰ ਤਿੱਖੇ ਸਵਾਲ ਕਰਦੇ ਹੋਏ ਨਜ਼ਰ ਆਉਂਦੇ ਨੇ। ਤੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਰੇ ਹੀ ਪ੍ਰੋਗਰਾਮਾਂ ਦਾ ਨਿਚੋੜ ਹੈ ਜਿਹੜਾ ਉਹ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਲਿਆਂਦਾ ਜਾਵੇ, ਤਾਂ ਕਿ ਬਹੁਤ ਹੀ ਸਪੈਸ਼ਲ ਪ੍ਰੋਗਰਾਮ
ਬਣਾ ਕੇ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਇਆ ਜਾਵੇ। ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ। ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਜਿਹੜੀ ਗੱਲ ਆਪਾਂ ਪਿਛਲੇ 3-4 ਹਫ਼ਤਿਆਂ ਦੇ ਦੌਰਾਨ ਪ੍ਰੋਗਰਾਮ ਦੇ ਵਿੱਚ ਕਰ ਰਹੇ ਹਾਂ, ਮਹਿਲਾ ਪਹਿਲਵਾਨਾਂ ਨੂੰ ਲੈ ਕੇ ਕਰ ਰਹੇ ਹਾਂ, ਕਿਉਂਕਿ ਸਾਡੇ ਦੇਸ਼ ਦੀਆਂ ਧੀਆਂ ਸਾਡਾ ਮਾਣ ਨੇ। ਉਹ ਮਾਣ ਜੋ ਉਹਨਾਂ ਨੇ ਭਾਰਤ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਬਰਕਰਾਰ ਰੱਖਿਆ। ਵਿਦੇਸ਼ਾਂ ਦੇ ਵਿੱਚ ਜਾ ਕੇ ਸਖਤ ਮਿਹਨਤਾਂ ਕਰਕੇ ਵੱਡੇ ਵੱਡੇ ਤਗਮੇ ਨੇ ਜਿਹੜੇ ਉਹ ਸਾਡੇ ਦੇਸ਼ ਦੀ ਝੋਲੀ ਦੇ ਵਿੱਚ ਪਾਏ ਨੇ। ਪਰ ਸਾਡੇ ਹੀ ਦੇਸ਼ ਦੇ ਵਿੱਚ ਉਸੇ ਹੀ ਫੈਡਰੇਸ਼ਨ ਦੇ ਵਿੱਚ ਕਈ ਚੰਗੇ ਲੀਡਰਾਂ ਦੀ ਖੱਲ ਦੇ ਵਿੱਚ ਭੇੜੀਏ ਵੀ ਨੇ, ਜਿਨ੍ਹਾਂ ਨੇ ਉਹਨਾਂ ਨੂੰ ਇਸ ਹਾਲਾਤ ਤੱਕ ਪਹੁੰਚਾ ਦਿੱਤਾ ਕਿ ਉਹ ਧੀਆਂ ਜਿਨ੍ਹਾਂ ਦਾ ਇਹ ਸਮਾਂ ਤਰੱਕੀਆਂ ਵੱਲ ਜਾਣ ਦਾ ਸੀ, ਹੋਰ ਤਰੱਕੀਆਂ ਹਾਸਲ ਕਰਨਾ ਸੀ, ਉਹ ਅੱਜ ਦਿੱਲੀ ਦੀਆਂ ਸੜਕਾਂ ਤੇ ਰੁਲ ਰਹੀਆਂ ਨੇ। ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਕਿ ਉਹ ਇਨਸਾਨ ਜਿਸ ਤੇ ਦੋਸ਼ ਲੱਗ ਰਹੇ ਨੇ ਬ੍ਰਿਜ ਭੂਸ਼ਣ, ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਕਮ ਸੇ ਕਮ ਦੋਸ਼ ਤਾਂ ਜਿਹੜੇ ਲੱਗੇ ਨੇ ਉਹਨਾਂ ਤੇ ਉਸ ਚੀਜ਼ ਦਾ ਤਾਂ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਹੈ, ਬਟ ਪ੍ਰਸ਼ਾਸਨ ਹੈ ਜਿਹੜਾ ਉਹ ਹੱਥ ਤੇ ਹੱਥ ਧਰ ਕੇ ਬੈਠਾ ਹੋਇਆ। ਬੇਸ਼ੱਕ ਪ੍ਰਸ਼ਾਸਨ ਵੱਲੋਂ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ, ਬਹੁਤ ਸਾਰੀਆਂ ਇਨਕੁਆਇਰੀਜ਼ ਵੀ ਕਰਵਾਈਆਂ ਜਾ ਰਹੀਆਂ ਨੇ, ਪਰ ਪਹਿਲਵਾਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਥੋੜਾ ਸਬਰ ਰੱਖੋ। ਤਾਂ ਇੱਥੇ ਅਸੀਂ ਗੱਲ ਕਰਾਂਗੇ ਕਿ ਸਬਰ ਕਿਸ ਗੱਲ ਦਾ ਰੱਖਿਆ ਜਾਵੇ। ਖਿਡਾਰਨਾਂ ਦੇ ਨਾਲ, ਧੀਆਂ ਦੇ ਨਾਲ ਜਿਨਸੀ ਸ਼ੋਸ਼ਣ ਹੁੰਦਾ ਹੈ, ਉਹਨਾਂ ਦੇ ਨਾਲ ਛੇੜਛਾੜ ਦੀਆਂ ਘਟਨਾਵਾਂ ਹੁੰਦੀਆਂ ਨੇ, ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ, ਉਹਨਾਂ ਨੂੰ ਰਸਦ ਦੇਣ ਦੇ ਲਈ, ਉਹਨਾਂ ਨੂੰ ਉਹਨਾਂ ਦੇ ਇਲਾਜ ਕਰਵਾਉਣ ਦੇ ਲਈ ਪੈਸੇ ਦੇਣ ਤੱਕ ਨੂੰ ਲੈ ਕੇ ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਇਹ ਸਭ ਕੁਝ ਉਹਨਾਂ ਨੇ ਜਗ ਜ਼ਾਹਿਰ ਕੀਤਾ। ਹੁਣ ਤਾਂ ਗੱਲਾਂ ਬਾਤਾਂ ਇੱਥੋਂ ਤੱਕ ਪਹੁੰਚ ਗਿਆ ਕਿ ਉਹਨਾਂ ਨੂੰ ਆਪਸ ਦੇ ਵਿੱਚ ਪਾੜਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ, ਜਿਸ ਨੂੰ ਲੈ ਕੇ ਪਹਿਲਵਾਨਾਂ ਵੱਲੋਂ ਇੱਕ ਵਾਰ ਫੇਰ ਤੋਂ मीडिया कॉन्फ्रेंस बुलाई गई है। तो उन्होंने कहा कि कई मीडिया रिपोर्ट्स ने जड़ियाँ वो साडे वर खिलाफ ने, सोशल मीडिया ते बहुत कुछ है जड़ा साडे खिलाफ भड़काया जा रहा है। तो किरपा करके सबनों बेनती है साडा साथ दो, तुहाडे साथ दी सानू बेहद जरूरत है। सिद्धू साहब की कहना चाहोगे? नवदीप देखो बड़ा अहम मुद्दा है जिस मुद्दे का आप जिक्र कर रहे हैं। जो तुसीं कहा देश ਦੀਆਂ ਧੀਆਂ नवदीप शब्द एक अपने आप बड़ा भावुक शब्द है, जिहदे नाल कोई परिवार की धी होवे तां भी, पिंड की धी होवे, सूबे की धी होवे, देश की धी होवे, एक बहुत ही रिस्पैक्टेबल और इमोशनल शब्द है कि जो धी की इज्जत का सवाल होंदा है तो उस तो उपर कोई गल हो नहीं सकती। अगले कहते कि होर किसी गल नाल साडे असीं पंजाबियां वड्डियां वड्डियां इस मामले ते कहावतां बणियां। अक्सर जिहड़ा हैगा धी बारे कहा जाता है, एक बाप वालों कहे गए शब्द होंदे कि धीए मेरी पग नूं दाग ना लवाई। ते जे जिन्हां दी पगड़ी होवे बाप ही जिहड़े हैगे इस पासे वाल नूं तुर लैण, धीआं जिहड़ियां हैगीआं उस गल दी सुनवाई करन दे लई किते वो प्रैस कॉन्फ्रेंसां करदियां, किते उन्हां दी अखां चों जिद्दां आपां जिक्र करदे हंझू करदे आ न्याय ते इंसाफ लैण दे लई। इस तो वड्डी गल की होर मंदभागी हो सकदी है कि जनवरी महीने तो लैके लगातार जिहड़ा हैगा ये अंदोलन चल रहा है। महिला पहलवान लगातार ये गल कहंदियां आ रही हैं कि सानू न्याय ते इंसाफ मिलना चाहिए। एक बड़ा सारे मामले च ना देखो देखने में इस तरह लगता है कि महिला पहलवान खिडारना हैगियां न्याय ते इंसाफ की मंग कर रही हैं, पर ये पिछे एक बहुत वड्डा लॉजिक जिहड़ा है क्यों नहीं न्याय ते इंसाफ मिल रहा। देखो एक बड़ा वड्डा सवाल है इस गल का। ਉਹਦਾ ਕਾਰਨ है कि पिछे बहुत ਵੱਡੀ पोलीटिकल फोर्स है नवदीप। जे सधारण तौर पर कोई गल होवे ना कोई इदां दी जिथे सरकारां चाहुंदियां, देखो केंद्र सरकार को ईडी CBI होर तरह तरह दीआं एजेंसीज हैगियां, वो जदों किते उन्होंने छापेमारी करनी हुंदी है जाके घरां च बैठे लोगों नूं गलावें तो फड़दियां। आपां जानदे हां पंजाब च आए दिन कोई ना कोई किधरे छापे पैंदे रहिंदे आ। पंजाब दी प्रवानगी हुंदी कि नहीं हुंदी ये तो चलो गवर्नमेंट स्टेट गवर्नमेंट दस सकदी है, पर ये अक्सर आउंदा मीडिया दे अंदर कि भई अज फलां जगह ते छापा, ईडी दा छापा, CBI दा छापा, दूजे इनकुआरी जांच जिहड़ी हैगी है। इस मुद्दे दे उत्ते क्यों नहीं कुछ हो रहा जनवरी तो लैके हुण तक? सो वड्डा कारण इहदा है कि पोलीटिकल तौर ते जिहड़ा एक शैल्टर कह लीए ਉਹਦਾ ਪਿਛੋਕੜ ਜਿਹੜਾ ਭਾਜਪਾ ਨਾਲ ਹੈ ਬ੍ਰਿਜ ਭੂਸ਼ਣ। ਦੇਖੋ ਬਦਕਿਸਮਤੀ ਹੈ ਨਵਦੀਪ ਇਸ ਮੁਲਕ ਦੀ ਕਿ ਜਿਹੜੇ ਪੋਲੀਟੀਕਲ ਲੋਕ ਹੈ ਉਹ ਆਪਣੀ ਸੱਤਾ ਬਚਾਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰ ਸਕਦੇ। ਆਪਾਂ ਦੇਖੋ ਹਿਸਟਰੀ ਪੜ੍ਹੀ ਹੈ, ਜੇ
ਕਾਲਜ ਨਹੀਂ ਪੜ੍ਹੀ ਤੇ ਸਕੂਲਾਂ 'ਚ ਆਪਾਂ ਸਾਰੇ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਹਿਸਟਰੀ ਦੇ ਸਟੂਡੈਂਟਸ ਰਹੇ ਆ, ਤਾਂ ਆਪਾਂ ਸਾਰੇ ਜਾਣਦੇ ਆ ਕਿ ਕਿੱਦਾਂ ਜਿਹੜੀ ਬਾਦਸ਼ਾਹਤ ਹੁੰਦੀ ਸੀ, ਕਿਸ ਤਰੀਕੇ ਨਾਲ ਜਿਹੜੀ ਉੱਥੇ ਖਾਨਾ ਜੰਗੀ ਹੁੰਦੀ ਸੀ, ਕਿਸ ਤਰੀਕੇ ਨਾਲ ਸਾਜ਼ਿਸ਼ਾਂ ਕੌਨਸਪੀਰੇਸੀਜ਼ ਜਿਹੜੀਆਂ ਹੁੰਦੀਆਂ ਸੀ। ਸਮਾਂ ਜ਼ਰੂਰ ਬਦਲਦਾ ਰਿਹਾ, ਪਰ ਇੱਕ ਸੱਤਾ ਦਾ ਜਿਹੜਾ ਢੰਗ ਤਰੀਕਾ ਨਾ, ਉਹ ਢੰਗ ਤਰੀਕਾ ਨਹੀਂ ਬਦਲਿਆ। ਹੁਣ ਵੀ ਸੱਤਾ ਦੀ ਲਾਲਸਾ ਉਸੇ ਕਦਰ ਹੀ ਹੈ ਜਿੱਦਾਂ ਮੁਗਲਾਂ ਵੇਲੇ ਸੀ, ਜਾਂ ਜਿੱਦਾਂ ਉਸ ਤੋਂ ਪਹਿਲਾਂ ਸੀ, ਜਾਂ ਜਿੱਦਾਂ ਰਾਜਾ ਰਜਵਾੜਿਆਂ ਸੀ। ਕਿਉਂਕਿ ਬ੍ਰਿਜ ਭੂਸ਼ਣ ਜਿਹੜਾ ਹੈਗਾ ਯੂਪੀ ਨਾਲ ਸੰਬੰਧ ਕਰਦਾ, ਪਾਰਲੀਮੈਂਟ ਦੀਆਂ ਇਲੈਕਸ਼ਨਸ ਆਉਣ ਵਾਲੀਆਂ, ਔਰ ਬੜਾ ਸਟਰੋਂਗ MP ਆ ਉੱਥੋਂ ਦਾ। ਉਹ ਤਾਂ ਹੁਣ ਚਲੋ ਪਤਾ ਨਹੀਂ BJP ਵਾਲਿਆਂ ਨੇ ਚੁੱਪ ਕਰਾਤਾ ਹੋਣਾ, ਇਸ ਕਰਕੇ ਉਹਨੇ ਅਗਲੇ ਦਿਨਾਂ 'ਚ ਰੈਲੀ ਵਗੈਰਾ ਨਹੀਂ ਕੀਤੀ। ਉਹਨਾਂ ਨੇ ਕਿਹਾ ਹੋਣਾ ਵੀ ਤੂੰ ਕਿਉਂ ਐਵੇਂ ਹੀ ਖਾਮਖਾ ਪੰਗੇ ਲੈਣਾ, ਤੈਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂ ਰੈਲੀਆਂ ਵਗੈਰਾ ਕਰਕੇ ਹੋਰ ਸਥਿਤੀ ਨੂੰ ਖਰਾਬ ਕਰ ਰਹੇ। ਸੋ ਇੱਕ ਵਾਰੀ ਤਾਂ ਉਹ ਚੁੱਪ ਕਰਕੇ ਬੈਠ ਗਿਆ। ਪਰ ਇਸ ਮਾਮਲੇ ਤੇ ਵੱਡੇ ਸਵਾਲ ਉੱਠਦੇ ਆ ਕਿ ਇੱਕ ਐਡਾ ਵੱਡਾ ਪਾਵਰਫੁਲ ਵਿਅਕਤੀ ਪੋਲੀਟੀਕਲ ਇੱਕ ਪਾਰਟੀ ਨਾਲ ਜੁੜਿਆ ਵਾ, ਔਰ ਉਸ ਨੂੰ ਹੱਥ ਪਾਉਣ ਤੋਂ ਇੰਨਾ ਗਰੇਜ਼ ਕੀਤਾ ਜਾ ਰਿਹਾ। ਦੂਜੇ ਪਾਸੇ ਦੇਖੋ ਹੈ ਕੀ ਹੈ, ਜਿਹੜੀਆਂ ਮਹਿਲਾ ਫੈਡਰੇਸ਼ਨ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਔਰਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਵੱਡੇ ਵੱਡੇ ਤਗਮੇ ਜਿੱਤੇ, ਦੇਸ਼ ਦਾ ਨਾਂ ਚਮਕਾਇਆ। ਆਖਰ ਜਦੋਂ ਸਵਾਲ ਕਰਦੇ ਹਾਂ ਨਿਆਂ ਤੇ ਇਨਸਾਫ ਲਈ ਕਿਉਂ ਨਹੀਂ ਮਿਲਦਾ, ਵੱਡੀ ਗੱਲ ਇੱਕ ਇਹ ਵੀ ਹੈ ਕਿ ਅੱਜ ਤੱਕ ਕੋਈ ਵੀ ਇਸ ਦੇਸ਼ ਦਾ ਜਿਹੜਾ ਵੱਡਾ, ਚਾਹੇ ਪਾਰਲੀਮੈਂਟ ਮੈਂਬਰ ਰਿਹਾ ਹੋਵੇ, ਚਾਹੇ ਕੈਬਨਿਟ ਮੰਤਰੀ ਰਿਹਾ ਹੋਵੇ, ਪ੍ਰਧਾਨ ਮੰਤਰੀ ਰਿਹਾ ਹੋਵੇ, ਇਸ ਮੁੱਦੇ ਤੇ ਸਵਾਏ ਖੇਡ ਮੰਤਰੀ ਤੋਂ ਇਲਾਵਾ ਹੋਰ ਕਿਸੇ ਨੇ ਗੱਲ ਨਹੀਂ ਕੀਤੀ। ਖੇਡ ਮੰਤਰੀ ਨੇ ਵੀ ਇੱਕੋ ਗੱਲ ਕਹੀ ਹੈ ਕਿ ਜੀ ਇਸ ਮਾਮਲੇ 'ਚ ਜਾਂਚ ਚੱਲ ਰਹੀ ਹੈ, ਨਿਆਂ ਤੇ ਇਨਸਾਫ ਮਿਲੇਗਾ। ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ, ਦੇਖੋ ਇਹਨਾਂ ਨੂੰ ਫੇਰ ਕਿਹਾ ਗਿਆ ਕਿ ਤੁਸੀਂ ਥੋੜ੍ਹੇ ਦਿਨ ਇੰਤਜ਼ਾਰ ਕਰੋ। ਇੰਤਜ਼ਾਰ ਕਿਹੜੀ ਆ, ਥੋੜ੍ਹੇ ਦਿਨਾਂ ਦੀ ਗੱਲ ਹੀ ਆ, 15 ਜੂਨ ਤੱਕ ਦਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਕੋਈ ਨਾ ਕੁਝ ਕਰਾਂਗੇ। ਹੁਣ ਕਿਸ ਕਦਰ ਦਾ ਪਤਾ ਨਹੀਂ, ਚਲੋ ਅਸੀਂ ਤਾਂ ਚਾਹੁੰਦੇ ਹਾਂ ਔਰ ਅਸੀਂ ਕਰਦੇ ਹਾਂ, ਸ਼ੁਕਰ ਕਰਦੇ ਹਾਂ ਕਿ ਸੱਚ ਸਾਬਤ ਹੋਵੇ, ਉਹਨਾਂ ਨੂੰ ਨਿਆਂ ਤੇ ਇਨਸਾਫ ਮਿਲੇ। ਹੁਣ ਉਹ ਕੁੜੀਆਂ ਜਿਨ੍ਹਾਂ ਨੂੰ ਸ਼ਿਕਾਇਤ ਕੀਤੀ ਗਈ ਹੈ, ਉਹਨਾਂ ਨੂੰ ਜਿਹੜਾ ਬ੍ਰਿਜ ਭੂਸ਼ਣ ਦੇ ਘਰ ਚਲ ਜਾ ਕੇ ਉੱਥੇ ਕਹਿੰਦੇ ਜੀ ਉਹ ਇਸ ਤਰ੍ਹਾਂ ਉਹ ਇੱਕ ਤਰ੍ਹਾਂ ਦਾ ਨਕਸ਼ਾ ਸਿਰਜਿਆ ਜਾ ਰਿਹਾ ਕਿ ਕਿਸ ਤਰ੍ਹਾਂ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਗਈ, ਕਿਸ ਕਦਰ ਘਟੀਆ ਹਰਕਤਾਂ ਕੀਤੀਆਂ ਗਈਆਂ, ਉਹਦੇ 'ਚੋਂ ਕੀ ਨਿਕਲ ਕੇ ਆਏਗਾ। ਹੁਣ ਦੇਖੋ ਸਭ ਤੋਂ ਵੱਡੀ ਗੱਲ, ਜਿਹੜੀ ਨਾਬਾਲਗ ਲੜਕੀ ਜਿਹੜੀ ਖਿਡਾਰਨ ਦੀ ਆਪਾਂ ਗੱਲ ਕਰਦੇ ਹਾਂ, ਉਸ ਨੇ ਸ਼ਿਕਾਇਤ ਕੀਤੀ, ਉਸਦੇ ਫਾਦਰ ਨੇ ਜਿਹੜੀ ਹੈਗੀ ਸ਼ਿਕਾਇਤ ਕੀਤੀ, ਤਾਂ ਉਹਦੇ ਫਾਦਰ ਨੇ ਹੁਣ ਕਹਿ ਦਿੱਤਾ ਵੀ ਮੇਰੀ ਤਾਂ ਝੂਠੀ ਸ਼ਿਕਾਇਤ ਸੀ। ਹੁਣ ਤੁਸੀਂ ਤੇ ਮੈਂ ਵੀ ਇਹ ਗੱਲ ਨਹੀਂ ਕਹਿ ਸਕਦੇ ਕਿ ਉਸਨੇ ਗਲਤ ਕੀਤੀ ਹੈ, ਕਿਉਂਕਿ ਫਾਦਰ ਵੱਲੋਂ ਕਿਹਾ ਗਿਆ ਨਾ ਕਿ ਮੇਰੀ ਸ਼ਿਕਾਇਤ ਝੂਠੀ ਸੀ, ਸੋ ਮੰਨਣਾ ਪਏਗਾ ਵੀ ਉਹਦੀ ਸ਼ਿਕਾਇਤ ਝੂਠੀ ਸੀ। ਪਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਫਾਦਰ ਨੇ, ਦੇਖੋ ਜਿੱਦਾਂ ਮੈਂ ਸ਼ੁਰੂ 'ਚ ਕਿਹਾ, ਧੀ ਸਭ ਲਈ ਕਿੰਨੀ ਪਿਆਰੀ ਹੁੰਦੀ ਹੈ। ਜਦੋਂ ਇੱਕ ਬਾਪ ਆਪਣੀ ਬੇਟੀ ਦੇ ਮੁੱਦੇ ਤੇ ਸ਼ਿਕਾਇਤ ਕਰੇਗਾ, ਕੋਈ ਬਾਪ ਨਹੀਂ ਨਵਦੀਪ ਚਾਹੁੰਦਾ ਕਿ ਮੇਰੀ ਧੀ ਦੀ ਇੱਜ਼ਤ ਮੀਡੀਆ 'ਚ ਉਛਲੇ ਜਾਂ ਉਹਦੇ ਬਾਰੇ ਸਵਾਲ ਹੋਣ। ਉਸ ਬਾਪ ਨੇ ਸ਼ਿਕਾਇਤ ਕੀਤੀ ਤਾਂ ਉਦੋਂ ਵੀ ਪਤਾ ਹੋਏਗਾ ਨਾ ਉਸਨੂੰ ਤਾਂ ਸ਼ਿਕਾਇਤ ਸੱਚੀ ਹੈ ਕਿ ਝੂਠੀ ਹੈ। ਕੋਈ ਵੀ ਧੀ ਆਪਣੇ ਬਾਪ ਕੋਲੇ ਇਹੋ ਜਿਹੀ ਝੂਠੀ ਸ਼ਿਕਾਇਤ ਨਹੀਂ ਕਰ ਸਕਦੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਹੈ, ਤੂੰ ਜਾ ਕੇ ਸ਼ਿਕਾਇਤ ਕਰ। ਸ਼ਿਕਾਇਤ ਵੀ ਕਿਹਦੇ ਖਿਲਾਫ, ਜਿਹੜਾ ਐਡਾ ਪਾਵਰਫੁਲ ਵਿਅਕਤੀ ਹੈ, ਕੋਈ ਸਧਾਰਨ ਕੋਈ ਗਲੀ ਦਾ ਰਹਿਣ ਵਾਲਾ ਕੋਈ ਵਿਅਕਤੀ ਜਾਂ ਕਿਸੇ ਕਾਲਜ ਪੜ੍ਹਨ ਵਾਲਾ ਸਟੂਡੈਂਟ ਨਹੀਂ ਹੈ, ਉਹਦੇ ਖਿਲਾਫ ਸ਼ਿਕਾਇਤ ਕੀਤੀ ਗਈ। ਫਿਰ ਉਹ ਸ਼ਿਕਾਇਤ ਹੁਣ ਕਹਿੰਦਾ ਕਿ ਝੂਠੀ ਸ਼ਿਕਾਇਤ ਹੈ। ਸੋ ਇਸੇ ਕਰਕੇ ਜਿਹੜੀ ਫਗਾਟ ਹੈਗੀ ਹੈ, ਉਹਦਾ ਜਿਹੜਾ ਟਵੀਟ ਆਇਆ 2 ਦਿਨ ਪਹਿਲਾਂ, ਬੜਾ ਮੀਨਿੰਗਫੁਲ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਜਿਹੜਾ ਜਿੱਦਾਂ ਕਿਸਾਨ ਅੰਦੋਲਨ ਦਾ ਆਪਾਂ ਜ਼ਿਕਰ ਕਰਦੇ ਹਾਂ, ਇੱਦਾਂ ਹੀ ਮਹਿਲਾ ਪਹਿਲਵਾਨ ਉਹਨਾਂ ਦਾ ਜਿਹੜਾ ਅੰਦੋਲਨ ਹੈਗਾ ਉਹ ਵੀ ਬੜੇ ਸੰਕਟ ਤੇ ਔਖੇ ਸਮੇਂ ਦੀ ਨਿਕਲਿਆ। ਫਗਾਟ ਨੇ ਦੇਖੋ ਕੀ ਕਿਹਾ, ਉਹਨੇ ਕਿਹਾ ਕਿ ਇਸ ਦੇਸ਼ ਦੀਆਂ ਧੀਆਂ ਜਿਹੜੀਆਂ ਨਿਆਂ ਤੇ ਇਨਸਾਫ ਦੀ ਲੜਾਈ ਲੜ ਰਹੀਆਂ, ਪਰ ਇਹ ਲੜਾਈ ਲੰਬੀ ਹੋ ਰਹੀ ਹੈ, ਦੇਰੀ ਹੋ ਰਹੀ ਹੈ। ਕਹਿੰਦੀ ਕਿਤੇ ਧੀਆਂ ਨਿਆਂ ਦੀ ਲੜਾਈ ਲੜਦੀਆਂ ਹਾਰ ਤਾਂ ਨਹੀਂ ਜਾਣਗੀਆਂ, ਪਰਮਾਤਮਾ ਕਰੇ ਕਹਿੰਦੀ ਇਹਨਾਂ ਤੇ ਮਿਹਰ ਦਾ ਹੱਥ ਰਹੇ ਤੇ ਲੜਾਈ ਜਿੱਤਣ। ਫਗਾਟ ਵੱਲੋਂ ਇਹ ਟਵੀਟ ਕੀਤਾ ਜਾਣਾ, ਉਹਦੀ ਵਰਡਿੰਗ ਅਸੀਂ ਉਸ ਤੋਂ ਅੱਗੇ ਪਿੱਛੇ ਕੋਈ ਗੱਲ ਆਪਣੇ ਤੌਰ ਤੇ ਨਾ ਵੀ ਜੋੜ ਗਏ, ਆਪਣੇ ਆਪ ਦੇ 'ਚ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਕੀ ਇਹ ਕੁੜੀਆਂ ਲੜਾਈ ਜਿੱਤ ਸਕਣਗੀਆਂ। ਇਹ ਵੱਡਾ ਸਵਾਲ ਹੈ। ਵੱਡਾ ਸਵਾਲ ਵੀ ਸੱਤਾ ਦੇ ਸਾਹਮਣੇ ਹੈ। ਨਿਆਂ ਤੇ ਇਨਸਾਫ ਜਿਹੜੇ ਅਸੀਂ ਦਰਸ਼ਕ ਦੇਖ ਰਹੇ ਹਾਂ, ਜਿਹੜੇ ਅਸੀਂ ਜਰਨਲਿਸਟ ਜਿਹੜੇ ਬੈਠੇ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ, ਸਾਡੇ ਨਾਲ ਨਹੀਂ ਜੁੜਿਆ ਵਾ, ਇਹ ਸੱਤਾ ਨਾਲ ਜੁੜਿਆ ਵਾ ਸਵਾਲ ਹੈ ਜੋ ਫਗਾਟ ਨੇ ਕੀਤਾ ਹੈ। ਔਰ ਜਿਸ ਕਦਰ ਸਾਰਾ ਵਰਤਾਰਾ ਹੋ ਰਿਹਾ ਹੈ ਕਿ ਇੱਦਾਂ ਮੀਟਿੰਗਾਂ ਹੋ ਰਹੀਆਂ, ਫਿਰ ਉਹਨਾਂ ਨੂੰ ਦੇਖੋ, ਉਹ ਤਾਂ ਕੁੜੀਆਂ ਇੱਕ ਸਥਿਤੀ ਹੁੰਦੀ ਹੈ ਨਾ, ਉਹਨਾਂ ਨੇ ਕਿਹਾ ਕਿ ਅਸੀਂ ਠੀਕ ਹੈ ਅੰਦੋਲਨ ਮੁਲਤਵੀ ਕਰਦੀਆਂ। 15 ਜੂਨ ਤੱਕ ਉਹਨਾਂ ਨੇ ਅੰਦੋਲਨ ਵੀ ਮੁਲਤਵੀ ਕਰ ਦਿੱਤਾ। ਹੁਣ ਕੀ 15 ਜੂਨ ਤੱਕ ਜਿੱਦਾਂ ਫਗਾਟ ਕਹਿ ਰਹੀ ਹੈ ਨਿਆਂ ਤੇ ਇਨਸਾਫ ਮਿਲ ਜਾਏਗਾ, ਅਸੀਂ ਉਮੀਦ ਕਰਦੇ ਹਾਂ ਕਿ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਹੈ।
ਅਸੀਂ ਤਾਂ ਪਹਿਲਾਂ ਵੀ ਇਹ ਗੱਲ ਕਹਿੰਦੇ ਹਾਂ ਕਿ ਇਸ ਦੇਸ਼ ਦੀ ਕੇਂਦਰ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਇਸ ਮਾਮਲੇ 'ਚ ਦਖਲ ਦੇਣਾ ਚਾਹੀਦਾ। ਕਿਉਂ ਨਾ ਕੁੜੀਆਂ ਨੂੰ ਨਿਆਂ ਤੇ ਇਨਸਾਫ ਮਿਲੇ, ਖਾਸ ਤੌਰ 'ਤੇ ਉਹ ਕੁੜੀਆਂ ਜਿਹੜੀਆਂ ਪਿੰਡਾਂ 'ਚ ਉੱਠ ਕੇ ਆਈਆਂ ਹੋਣ, ਜਿਹੜੀਆਂ ਕੁੜੀਆਂ ਨੂੰ ਮਾਪੇ ਸਕੂਲ ਵੀ ਭੇਜਣਾ ਨਾ ਪਸੰਦ ਕਰਦੇ ਹਨ ਤੇ ਕੌਮਾਂਤਰੀ ਪੱਧਰ 'ਤੇ ਜਾ ਕੇ ਕੁਸ਼ਤੀਆਂ ਕਰਦੀਆਂ ਹੋਣ, ਆਪਣੇ ਦੇਸ਼ ਦੀ ਖਾਤਰ ਲੜਾਈਆਂ ਲੜਦੀਆਂ ਹੋਣ, ਤੇ ਫਿਰ ਉਹਨਾਂ ਨੂੰ ਇਨਸਾਫ ਤੇ ਨਿਆਂ ਲੈਣ ਲਈ ਹੰਝੂ ਵਹਾਉਣੇ ਪੈਣ। ਫੋਗਾਟ ਨੇ ਠੀਕ ਹੀ ਕਿਹਾ, ਫਿਰ ਉਹਨਾਂ ਕੁੜੀਆਂ ਦਾ ਰੱਬ ਹੀ ਰਾਖਾ ਜੇ ਫਿਰ ਵੀ ਨਿਆਂ ਤੇ ਇਨਸਾਫ ਨਹੀਂ ਮਿਲੇਗਾ। ਜੀ ਬਿਲਕੁਲ। ਤਾਂ ਸਿੱਧੂ ਸਾਹਿਬ, ਜਿਸ ਹਿਸਾਬ ਦੇ ਨਾਲ ਤੁਸੀਂ ਸਾਰੇ ਹੀ ਮਸਲੇ ਦਾ ਜ਼ਿਕਰ ਕੀਤਾ, ਦੱਸਿਆ ਕਿ ਕਿਵੇਂ ਜਿਹੜੀ ਨਾਬਾਲਿਗ ਬੱਚੀ ਆ ਉਸ ਵੱਲੋਂ ਵੀ ਜਿਹੜਾ ਸ਼ਿਕਾਇਤ ਕਰਵਾਈ ਗਈ ਸੀ, ਪਰ ਹੁਣ ਉਸ ਦੇ ਪਿਤਾ ਵੱਲੋਂ ਸ਼ਿਕਾਇਤ ਵਾਪਸ ਲੈ ਲਈ ਗਈ ਆ, ਤਾਂ ਹੁਣ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ। ਤਾਂ ਸਵਾਲ ਉਹੀ ਨੇ ਕਿ ਜਿਵੇਂ ਤੁਸੀਂ ਸੱਚ ਕਿਹਾ ਕਿ ਕੋਈ ਵੀ ਐਵੇਂ ਇੱਕ FIR ਦਰਜ ਨਹੀਂ ਕਰਵਾਏਗਾ ਤੇ ਆਪਣੀ ਧੀ ਨੂੰ ਲੈ ਕੇ ਹਰ ਇੱਕ ਬੰਦਾ ਚਿੰਤਿਤ ਹੁੰਦਾ ਹੈ, ਤਾਂ ਜਦੋਂ ਕਿਸੇ ਦੀ ਧੀ ਨਾਲ ਗਲਤ ਹੁੰਦਾ ਤਾਂ ਉਹ ਬੰਦਾ FIR ਦਰਜ ਕਰਵਾਏਗਾ ਹੀ ਕਰਵਾਏਗਾ, ਪਰ ਉਸ ਤੋਂ ਬਾਅਦ ਉਸ ਨੂੰ ਵਾਪਸ ਲੈ ਲੈਣਾ ਤਾਂ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਕਿ ਵਾਕਿਆ ਹੀ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਹੈ। ਪਰ ਕਹਿਣ ਨੂੰ 15 ਜੂਨ ਹੈ ਜਿਹੜੀ ਉਹ ਜ਼ਿਆਦਾ ਦੂਰ ਨਹੀਂ, ਸਿਰਫ 5 ਦਿਨ ਦਾ ਵਕਤ ਹੈ, ਪਰ ਜੇ ਇਸ ਕੇਸ ਨੂੰ ਰਫਾ ਦਫਾ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ 5 ਦਿਨ ਨੇ ਉਹ ਵੀ ਕੋਈ ਜ਼ਿਆਦਾ ਨਹੀਂ ਹੈਗੇ। ਨਵਦੀਪ, ਦੇਖੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਗੱਲ ਤਾਂ ਇੱਕ ਵਕਫਾ ਸਮਾਂ ਲੈਣ ਦੀ ਗੱਲ ਹੈਗੀ। ਜੇ ਤਾਂ ਨਿਆਂ ਤੇ ਇਨਸਾਫ ਮਿਲੇਗਾ ਦੇਖੋ ਤਦ ਵੀ ਸਾਡੇ ਸਾਰਿਆਂ ਦੇ ਸਾਹਮਣੇ। ਅਸਲ 'ਚ ਮੈਂ ਕਹਿਣਾ ਕਿ ਜਿਹੜੀਆਂ ਲੜਾਈਆਂ ਲੜ ਰਹੀਆਂ ਲੜਕੀਆਂ, ਉਹਨਾਂ ਲਈ ਤਾਂ ਇੱਕ ਬਹੁਤ ਵੱਡਾ ਸਵਾਲ ਹਾਈ ਹੈ ਇਹਨਾਂ ਲੜਾਈਆਂ ਦੇ ਲਈ, ਪਰ ਜਿਹੜੀ ਤੇਰੇ ਨੇ ਨਿਆਂ ਦੇਣਾ, ਇਨਸਾਫ ਦੇਣਾ ਹੈ, ਉਹਦੇ ਲਈ ਸਭ ਤੋਂ ਵੱਡਾ ਸਵਾਲ ਤਾਂ ਉਹਦੇ ਲਈ ਹੈ ਕਿ ਮਹਿਲਾ ਪਹਿਲਵਾਨ ਜਿਹੜੀਆਂ ਨਿਆਂ ਤੇ ਇਨਸਾਫ ਦੀ ਮੰਗ ਕਰ ਰਹੀਆਂ ਉਹਨਾਂ ਨੂੰ ਨਿਆਂ ਮਿਲੇਗਾ। ਜਿੱਦਾਂ ਤੁਸੀਂ 15 ਦੀ ਗੱਲ ਕੀਤੀ ਹੈ, 15 ਤਾਂ ਆ ਗਈ ਸਮਝੋ, ਕੋਈ ਗੱਲ ਨਹੀਂ, ਇੰਤਜ਼ਾਰ ਕੀਤਾ ਜਾ ਸਕਦਾ ਹੈ। ਸਵਾਲ ਇਸ ਗੱਲ ਦਾ ਕਿ ਜਿਹੜੀਆਂ ਕੁੜੀਆਂ ਨੇ, ਦੇਖੋ ਮੈਂ ਤਾਂ ਨਵਦੀਪ ਇਹ ਵੀ ਕਹਾਂਗਾ ਕਿ ਕੁੜੀਆਂ ਨੂੰ ਲੜਾਈ ਲੜਨੀ ਬਹੁਤ ਔਖੀ ਗੱਲ ਹੁੰਦੀ ਹੈ। ਕੁੜੀਆਂ ਲੜਾਈ ਛੇਤੀ ਕਿਤੇ ਨਹੀਂ ਲੜ ਸਕਦੀਆਂ। ਇਸ ਸਮਾਜ ਦੇ ਵਿੱਚ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਮੁੰਡੇ ਕੁੜੀਆਂ ਬਰਾਬਰ ਹੈ, ਆਪਾਂ ਸਾਰੇ ਜਾਣਦੇ ਹਾਂ ਕਿੰਨੇ ਕੁ ਬਰਾਬਰ ਹੈ, ਕਿੰਨੀ ਕੁ ਬਰਾਬਰੀਤ ਹੈ। ਅਸੀਂ ਜਾਣਦੇ ਹਾਂ, ਆਪਾਂ ਸ਼ਹਿਰਾਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਬੈਠੇ ਹਾਂ, ਜਿਹੜੇ ਸਾਨੂੰ ਦਰਸ਼ਕ ਵਿਦੇਸ਼ਾਂ 'ਚ ਵੀ ਸੁਣ ਰਹੇ ਆ, ਉੱਥੇ ਵੀ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਟੂਣੇ ਟਾਮਣ ਹੁੰਦੇ ਆ ਕਿ ਇਸ ਪਰਿਵਾਰ ਦੇ ਵਿੱਚ ਮੁੰਡਾ ਹੀ ਆਉਣਾ ਚਾਹੀਦਾ ਕੁੜੀ ਦੀ ਬਜਾਏ, ਜਿਹੜਾ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਮਤਲਬ ਇੱਦਾਂ ਦੇ ਵਹਿਮ ਭਰਮ ਪਾਲੇ ਜਾਂਦੇ ਆ। ਤੇ ਫਿਰ ਉਹ ਸਮਾਜ 'ਚੋਂ ਜੇ ਕੁੜੀਆਂ ਨਿਕਲ ਕੇ ਮੁੰਡਿਆਂ ਨਾਲੋਂ ਵੀ ਅੱਗੇ ਨਿਕਲ ਜਾਣ ਤੇ ਫਿਰ ਉਹ ਕੁੜੀਆਂ ਨੂੰ ਨਿਆਂ ਲੈਣ ਲਈ ਫੇਰ ਲੜਨਾ ਪਵੇ, ਮੈਂ ਕਹਿੰਦਾ ਐਡੀ ਵੱਡੀ ਲੜਾਈ ਲੜਨੀ ਬੜੀ ਵੱਡੀ ਗੱਲ ਹੈ। ਕਿਹੜੀਆਂ ਕੁੜੀਆਂ ਜਿਹੜੀਆਂ ਇੱਦਾਂ ਜਾ ਕੇ ਲੜਾਈ ਲੜ ਸਕਦੀਆਂ? ਆਪਾਂ ਸਾਰੇ ਕਿਸੇ ਨਾ ਕਿਸੇ ਸਮੇਂ ਕਾਲਜਾਂ 'ਚੋਂ ਨਿਕਲ ਕੇ ਆਏ ਹਾਂ ਜਾਂ ਹੋਰ ਉੱਥੇ ਕਿਤੇ ਸਟ੍ਰਾਈਕਾਂ ਹੁੰਦੀਆਂ, ਮੁੰਡੇ ਅੰਦੋਲਨ ਕਰਦੇ ਆ। ਹਮੇਸ਼ਾ ਮੈਂ ਆਪਣੇ ਸਮੇਂ 'ਚ ਵੀ ਦੇਖਦਾ ਕਿ ਲੜਕੀਆਂ ਲੜਾਈ ਦੇ ਵਿੱਚ ਜਾਂ ਅੰਦੋਲਨ ਦੇ ਵਿੱਚ ਹਮੇਸ਼ਾ ਪਿੱਛੇ ਹੁੰਦੀਆਂ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੇ ਉੱਪਰ ਨਾ ਕੋਈ ਗੱਲ ਆ ਜੇ। ਤੇ ਉਹ ਕੁੜੀਆਂ ਤਾਂ ਹੁਣ ਜੰਤਰ ਮੰਤਰ 'ਤੇ ਬੈਠੀਆਂ, ਕੱਲਾ ਦੇਸ਼ ਹੀ ਨਹੀਂ ਦੇਖ ਰਿਹਾ, ਸਾਰੀ ਦੁਨੀਆ ਦੇਖ ਰਹੀ ਹੈ। ਉਹ ਦੁਨੀਆ ਦੇ ਕਈ ਵੱਡੇ ਵੱਡੇ ਜਿਹੜੇ ਹੈਗੇ ਆ ਐਥਲੀਟ ਕਹਿ ਲਈਏ, ਆਪਾਂ ਖਿਡਾਰੀ ਕਹਿ ਲਈਏ, ਉਹਨਾਂ ਦੀ ਹਮਾਇਤ ਵੀ ਕਰ ਰਿਹਾ। ਇਸ ਦੇ ਬਾਵਜੂਦ ਜਿਹੜੀ ਸਾਰੇ ਮੁਲਕ ਨੂੰ ਸਮਝ ਲੱਗ ਰਹੀ ਹੈ, ਦੁਨੀਆ 'ਚ ਬੈਠੇ ਲੋਕਾਂ ਨੂੰ ਸਮਝ ਲੱਗ ਰਹੀ ਹੈ ਕਿ ਕੀ ਹੋ ਰਿਹਾ। ਬਦਕਿਸਮਤੀ ਹੈ ਕਿ ਸਾਡੀ ਸਰਕਾਰ ਨੂੰ ਸਮਝ ਨਹੀਂ ਲੱਗ ਰਹੀ ਕਿ ਨਿਆਂ ਤੇ ਇਨਸਾਫ ਕਿੱਦਾਂ ਦਿੱਤਾ ਜਾ ਸਕਦਾ ਹੈ। ਜਨਵਰੀ ਤੋਂ ਲੈ ਕੇ ਹੁਣ ਆਪਾਂ ਜੂਨ ਦੇ ਵਿੱਚ ਬੈਠੇ ਹਾਂ, ਇੰਨੇ ਮਹੀਨਿਆਂ 'ਚ ਇਹੀ ਨਹੀਂ ਸਮਝ ਲੱਗੀ ਕਿ ਬ੍ਰਿਜ ਭੂਸ਼ਣ ਨੇ ਕੋਈ ਗਲਤ ਗੱਲ ਕੀਤੀ ਹੈ, ਜਿਨਸੀ ਸ਼ੋਸ਼ਣ ਦਾ ਮਾਮਲਾ ਕੋਈ ਹੈ ਕਿ ਨਹੀਂ ਹੈ। ਵੱਡੀਆਂ ਵੱਡੀਆਂ ਰਿਪੋਰਟਾਂ ਆਈਆਂ, ਅਖਬਾਰਾਂ ਮੀਡੀਆ ਵੱਡਾ ਜਿਹੜੀਆਂ ਰਿਪੋਰਟਾਂ ਦੇ ਨਾਲ ਭਰਿਆ ਪਿਆ, ਬਹੁਤ ਕੁਝ ਲਿਖਿਆ ਗਿਆ। ਇਸ ਦੇ ਬਾਵਜੂਦ ਵੀ ਇਹ ਦੇਸ਼ ਦੀ ਸਰਕਾਰ ਨੂੰ ਅਜੇ ਸਮਝ ਨਹੀਂ ਲੱਗ ਰਹੀ ਕਿ ਵਾਕਈ ਬ੍ਰਿਜ ਭੂਸ਼ਣ ਜਿਹੜਾ ਗੁਨਾਹਗਾਰ ਹੈ। ਜੇ ਗੁਨਾਹਗਾਰ ਹੈ ਤਾਂ ਫਿਰ ਉਸ ਨੂੰ ਸਜ਼ਾ ਕਿਉਂ ਨਹੀਂ, ਉਹਦੇ ਮਾਮਲੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਕੁੜੀਆਂ ਲੜਾਈ ਜਦੋਂ ਲੜ ਰਹੀਆਂ ਤਾਂ ਇੱਕੋ ਗੱਲ ਦੇਖੋ, ਬੜਾ ਸਿੰਪਲ ਜਿਹਾ ਸਵਾਲ ਹੈ, ਦੇਖਣ ਨੂੰ ਲੱਗਦਾ ਹੈ ਕਿ ਜਿਨਸੀ ਸ਼ੋਸ਼ਣ ਦਾ ਮਾਮਲਾ ਹੈ, ਲਿਖਤੀ ਸ਼ਿਕਾਇਤ ਹੈ, FIR ਦਰਜ ਹੈ, ਔਰ ਅਜੇ ਤੱਕ ਉਹ ਤੋਂ ਪੁੱਛਗਿੱਛ ਨਹੀਂ ਕੀਤੀ ਗਈ। ਕਦੇ ਉਹਦੇ ਡਰਾਈਵਰ ਨੂੰ ਪੁੱਛਦੇ ਆ, ਕਿਤੇ ਉਹਦੇ ਘਰੇ ਜਾ ਕੇ ਨਕਸ਼ਾ ਬਣਾ ਕੇ ਦੇਖਦੇ ਆ ਕਿ ਕਿੱਥੇ ਕੌਣ ਖੜਾ ਸੀ, ਕੀ ਹੋਇਆ, ਪਰ ਉਸ ਬੰਦੇ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਉਹਦਾ ਜਿੱਦਾਂ ਮੈਂ ਕਿਹਾ ਕਿ ਉਹਨੇ ਰੈਲੀ ਵੀ ਸ਼ਾਇਦ ਇਸ ਕਰਕੇ ਪੋਸਟਪੋਨ ਕਰਤੀ। ਭਾਜਪਾ ਵਾਲਿਆਂ ਨੇ ਕਿਹਾ ਹੋਵੇਗਾ ਕਿ ਮਿਹਰਬਾਨੀ ਕਰ ਘੱਟੋ ਘੱਟ ਰੈਲੀ ਦਾ ਨਾ ਕਰ ਇਸ ਮਾਮਲੇ ਦੇ ਉੱਤੇ। ਪਰ ਦੂਜੇ ਪਾਸੇ ਜਿਹੜੀਆਂ ਕੁੜੀਆਂ ਜੇ ਲੜਾਈ ਲੜਦੀਆਂ ਜਿੱਤ ਜਾਂਦੀਆਂ ਤਾਂ ਚੰਗੀ ਗੱਲ ਹੈ। ਨਵਦੀਪ, ਜੇ ਲੜਾਈ ਨਹੀਂ ਜਿੱਤ ਸਕਣੀਆਂ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਲਈ ਵੀ ਕਿ ਬਹੁਤ ਵੱਡਾ ਸਦਮਾ ਹੋਏਗਾ ਸਾਡੇ ਖੇਡ ਜਗਤ ਦੇ ਲਈ, ਸਾਡੀਆਂ ਪੇਂਡੂ ਕੁੜੀਆਂ ਦੇ ਲਈ, ਪੇਂਡੂ ਖੇਡਾਂ ਦੇ ਲਈ, ਜੇ ਨਿਆਂ ਤੇ ਇਨਸਾਫ ਨਹੀਂ ਮਿਲਦਾ। ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ
ਕਿ ਮਾਪੇ ਕਿੱਦਾਂ ਪਿੰਡਾਂ 'ਚੋਂ ਭੇਜਦੇ ਆ ਖੇਡਾਂ ਵਾਸਤੇ, ਤੇ ਜਦੋਂ ਇਹ ਹੋਏਗਾ ਕਿ ਉਹਨਾਂ ਕੁੜੀਆਂ ਨਾਲ ਜ਼ਿਆਦਤੀ ਹੁੰਦੀ ਹੈ ਫਿਰ ਸੁਣਵਾਈ ਕੋਈ ਨਹੀਂ, ਕੌਣ ਭੇਜੇਗਾ ਖੇਡ ਦੇ ਮੈਦਾਨ 'ਚ ਆਪਣੀਆਂ ਕੁੜੀਆਂ ਨੂੰ। ਵੱਡਾ ਸਵਾਲ ਹੈ ਨਵਦੀਪ, ਇਨਸਾਫ ਤੇ ਸੱਚ ਦੀ ਲੜਾਈ ਆ। ਅਸੀਂ ਤਾਂ ਕਹਿੰਦੇ ਕਿ ਜਿੱਦਾਂ ਕਿਸਾਨੀ ਅੰਦੋਲਨ ਲੜਿਆ ਗਿਆ, ਹੋਰ ਬਹੁਤ ਸਾਰੇ ਅੰਦੋਲਨ ਜਿਹੜੇ ਨਿਆਂ ਤੇ ਇਨਸਾਫ ਜਿੱਤ ਵੀ ਹੁੰਦੀ ਹੈ, ਲੜੇ ਵੀ ਜਾਂਦੇ। ਅਸੀਂ ਉਮੀਦ ਕਰਦੇ ਹਾਂ ਕਿ ਨਾ ਕੁੜੀਆਂ ਨੂੰ ਨਿਆਂ ਮਿਲਣਾ ਚਾਹੀਦਾ, ਕੋਈ ਵੱਡੀ ਲੜਾਈ ਨਹੀਂ, ਕੋਈ ਇਹ ਨਹੀਂ ਉਹ ਇਹ ਨਹੀਂ ਮੰਗ ਰਹੀਆਂ ਕਿ ਕੋਈ ਖੇਤੀ ਕਾਨੂੰਨਾਂ ਦੀ ਤਰ੍ਹਾਂ ਸਾਨੂੰ MSP ਦੇ ਦਿਓ, ਸਾਡੀ ਕੋਈ ਮੰਗ ਹੈ। ਇਹ ਤਾਂ ਜਿਨਸੀ ਸ਼ੋਸ਼ਣ ਦਾ ਮਾਮਲਾ ਤਾਂ ਨਵਦੀਪ ਬਿਲਕੁਲ ਇੱਕ ਕੋਈ ਸਧਾਰਨ ਕਿਸੇ ਵਿਅਕਤੀ ਨਾਲ ਵੀ ਹੋਇਆ ਹੋਵੇ ਉਹਦਾ ਵੀ ਅਧਿਕਾਰ ਬਣਦਾ, ਰਾਈਟ ਬਣਦਾ, ਕਿਸੇ ਵੀ ਕੁੜੀ ਦਾ ਅਧਿਕਾਰ ਬਣਦਾ ਹੈ ਕਿ ਜੇ ਉਹਦੇ ਨਾਲ ਜ਼ਿਆਦਤੀ ਹੋਈ ਹੈ ਨਿਆਂ ਤੇ ਇਨਸਾਫ ਕਿਉਂ ਨਹੀਂ ਲੈ ਸਕਦੀ ਉਹ, ਤੇ ਵੀ ਸਾਡੀਆਂ ਇਹ ਕੁੜੀਆਂ ਕਿਉਂ ਨਹੀਂ ਲੈ ਸਕਦੀਆਂ, ਇੰਨੀ ਗੱਲ ਹੈ ਨਾ। ਇਸ ਗੱਲ ਹੀ ਜੇ ਇਸ ਮੁਲਕ 'ਚ ਲੜਨਾ ਪਏ, ਜਮਹੂਰੀਅਤ ਦੇ ਵੱਡੇ ਵੱਡੇ ਡੰਕੇ ਵਜਾਏ ਜਾਂਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਹੈ, ਇਹ ਜਮਹੂਰੀ ਮੁਲਕ ਦਾ ਸਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਜਦੋਂ ਕੁੜੀਆਂ ਇਸੇ ਗੱਲ ਦੇ ਲਈ ਲੜਾਈ ਲੜਦੀਆਂ ਕਿ ਜਿਨਸੀ ਸ਼ੋਸ਼ਣ ਦੇ ਮੁੱਦੇ ਤੇ ਸਾਨੂੰ ਨਿਆਂ ਨਹੀਂ ਮਿਲ ਰਿਹਾ। ਜੀ ਬਿਲਕੁਲ, ਤਾਂ ਸਮਾਂ ਕੋਈ ਜ਼ਿਆਦਾ ਦੂਰ ਨਹੀਂ ਹੈ, 15 ਜੂਨ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ। ਪ੍ਰਸ਼ਾਸਨ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਹਨਾਂ ਪਹਿਲਵਾਨ ਔਰਤਾਂ ਨੂੰ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹਨਾਂ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇ, ਤੇ ਜੇਕਰ ਇਨਸਾਫ ਨਹੀਂ ਦਿੱਤਾ ਜਾਵੇਗਾ ਤਾਂ ਫਿਰ ਅੰਦੋਲਨ ਇੱਕ ਵਾਰ ਫਿਰ ਤੋਂ ਤੇਜ਼ੀ ਫੜੇਗਾ। ਸਭ ਨੂੰ ਬੇਨਤੀ ਹੈ ਕਿ ਜੇਕਰ ਇਹਨਾਂ ਬੱਚਿਆਂ ਨੂੰ ਇਨਸਾਫ ਨਾ ਮਿਲਿਆ ਤਾਂ ਵਿਸ਼ਵ ਭਰ ਦੇ ਵਿੱਚੋਂ ਸਾਰੇ ਲੋਕ ਇਹਨਾਂ ਦਾ ਸਹਾਰਾ ਬਣਨ, ਸਾਰੇ ਲੋਕ ਇਹਨਾਂ ਦਾ ਸਾਥ ਦੇਣ, ਭਾਵੇਂ ਕਿ ਖਾਪ ਪੰਚਾਇਤਾਂ ਹੋਣ, ਪੰਜਾਬ ਦੇ ਵਿੱਚ ਜੋ ਵੀ ਪਾਰਟੀਆਂ ਨੇ, ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਾਂ ਵੱਖ-ਵੱਖ ਜਥੇਬੰਦੀਆਂ ਨੇ, ਯੂਪੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਹਰਿਆਣੇ ਵਾਲਿਆਂ ਦਾ ਤਾਂ ਚਲੋ ਕੀ ਕਹਿਣਾ, ਤਾਂ ਹੋਰ ਵੀ ਏਰੀਆਜ਼ ਦੇ ਵਿੱਚੋਂ ਇਹਨਾਂ ਦਾ ਸਾਥ ਦੇਣ ਦੇ ਲਈ ਲੋਕ ਬਰਕਰਾਰ ਖੜੇ ਨੇ, ਤਿਆਰ ਖੜੇ ਨੇ। ਕਈ ਫਿਲਮੀ ਹਸਤੀਆਂ, ਕਈ ਹੋਰ ਖਿਡਾਰੀ ਨੇ ਜਿਹੜਾ ਇਹਨਾਂ ਦੇ ਪੱਖ ਦੇ ਵਿੱਚ ਆਏ ਹੋਏ ਨੇ, ਤਾਂ ਜਿਹੜਾ ਸੰਘਰਸ਼ ਹੈ ਉਹ ਲੰਬਾ ਚੱਲ ਸਕਦਾ ਹੈ। ਸੋ ਸਭ ਨੂੰ ਬੇਨਤੀ ਹੈ ਕਿ ਬੱਚੀਆਂ ਨੂੰ ਇਨਸਾਫ ਦਿਵਾਉਣਾ ਬੇਹੱਦ ਜ਼ਰੂਰੀ ਹੈ। ਜਿਸ ਹਿਸਾਬ ਦੇ ਨਾਲ ਸਿੱਧੂ ਸਾਹਿਬ ਨੇ ਕਿਹਾ ਕਿ ਜੇਕਰ ਇਹ ਆਪਣਾ ਸੰਘਰਸ਼ ਹਾਰ ਗਈਆਂ, ਜੇਕਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਕੁੜੀਆਂ ਨੂੰ ਫੇਰ ਤੋਂ ਰੋਂਦਿਆ ਜਾਵੇਗਾ, ਉਹਨਾਂ ਦੇ ਸੁਪਨੇ ਫੇਰ ਤੋਂ ਪੂਰੇ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਣਗੇ, ਕਿਉਂਕਿ ਪਿੰਡਾਂ ਦੇ ਵਿੱਚੋਂ ਉਹ ਚੱਲੀਆਂ ਨੇ, ਇੱਥੋਂ ਤੱਕ ਉਹ ਪਹੁੰਚੀਆਂ ਨੇ ਤਾਂ ਮਾਪਿਆਂ ਨੇ ਖੇਡਾਂ ਵੱਲ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ। ਸੀ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੋਤਸਾਹਿਤ ਕਰੀਏ, ਪਰ ਜਦੋਂ ਸਾਡੀਆਂ ਬੱਚੀਆਂ ਦੇ ਨਾਲ ਇਹ ਸਭ ਕੁਝ ਹੋਵੇਗਾ ਤਾਂ ਮਾਪੇ ਬੱਚੀਆਂ ਨੂੰ ਖੇਡਾਂ ਵੱਲ ਜਾਣ ਹੀ ਨਹੀਂ ਦੇਣਗੇ। ਖੇਡਾਂ ਵੱਲ ਤਾਂ ਦੂਰ ਦੀ ਗੱਲ ਹੈ, ਮੈਂ ਕਹਿੰਦੀ ਹਾਂ ਕਿ ਉਹ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਬਸ ਇੱਥੋਂ ਤੱਕ ਹੀ ਸੀਮਤ ਰਹਿ ਜਾਣਗੀਆਂ, ਤਾਂ ਮਾਪੇ ਕਿਤੇ ਵੀ ਜਾਣ ਨਹੀਂ ਦੇਣਗੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਬਣ ਜਾਵੇਗਾ ਕਿ ਜੇਕਰ ਬੱਚੀਆਂ ਨਾਲ ਕੁਝ ਗਲਤ ਹੋ ਜਾਂਦਾ ਹੈ ਤਾਂ ਸਾਡੇ ਦੇਸ਼ ਦੇ ਵਿੱਚ ਨਿਆਂ ਨਹੀਂ ਮਿਲਦਾ। ਇਸ ਲਈ ਸਮਾਂ ਸਿਰਫ ਤੇ ਸਿਰਫ 5 ਦਿਨ ਦਾ ਬਚਿਆ, ਤਾਂ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਅਸੀਂ ਗੁਹਾਰ ਲਾਵਾਂਗੇ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਇਨਸਾਫ ਹੈ ਉਹ ਜ਼ਰੂਰ ਦਿੱਤਾ ਜਾਵੇ। ਸਿੱਧੂ ਸਾਹਿਬ ਕੁਝ ਕਹਿਣਾ ਚਾਹੋਗੇ? ਨਵਦੀਪ ਦੇਖੋ, ਕਹਿਣ ਵਾਲੀ ਗੱਲ ਤਾਂ ਇਹੀ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ ਇਸ ਮਾਮਲੇ ਤੇ ਨਿਆਂ ਤੇ ਇਨਸਾਫ ਲਈ ਇਸ ਦੇਸ਼ ਦੇ ਅੰਦਰ ਬਹੁਤ ਸਾਰੀਆਂ ਲਹਿਰਾਂ ਉੱਠਦੀਆਂ, ਲੜਾਈ ਲੜਦੀਆਂ। ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਹੈ, ਪੰਜਾਬ 'ਚ ਬਹੁਤ ਸਾਰੇ ਮਾਮਲੇ ਜਿਨ੍ਹਾਂ ਮੁੱਦਿਆਂ ਤੇ ਇਨਸਾਫ ਤੇ ਲੜਾਈ ਲਈ ਲੋਕ ਲੜਦੇ ਆ, ਪਰ ਜਦੋਂ ਕੁੜੀਆਂ ਇੱਕ ਲਹਿਰ ਬਣਾ ਕੇ ਉੱਠਦੀਆਂ ਹੈ ਨਿਆਂ ਤੇ ਇਨਸਾਫ ਲਈ, ਉਹਦੇ ਪਿੱਛੇ ਇੱਕ ਨੈਗੇਟਿਵ ਪਹਿਲੂ ਜਿਹੜਾ ਮੈਂ ਜਿਹਦਾ ਆਪਾਂ ਜ਼ਿਕਰ ਨਹੀਂ ਕੀਤਾ ਉਹ ਵੀ ਕਰਨਾ ਬਣਦਾ ਹੈ। ਇਸ ਦੇਸ਼ ਦੇ ਅੰਦਰ ਅਜੇ ਵੀ ਕਈ ਇਹੋ ਜਿਹੇ ਵੱਡੇ ਖਿਡਾਰੀ ਹੈ, ਇਹੋ ਜਿਹੇ ਵੱਡੇ ਕਲਾਕਾਰ ਹੈ ਜਿਨ੍ਹਾਂ ਨੇ ਜਾਂ ਤਾਂ ਇਸ ਅੰਦੋਲਨ ਤੋਂ ਆਪਣੇ ਆਪ ਨੂੰ ਪਾਸੇ ਕਰ ਲਿਆ ਜਾਂ ਚੁੱਪ ਕਰਕੇ ਬੈਠ ਗਏ ਆ। ਇਹ ਬਦਕਿਸਮਤੀ ਹੈ ਕਿ ਕੁਝ ਲੋਕ ਇਹੋ ਜਿਹੇ ਵੀ ਹੈ ਜਿਹੜੇ ਸੱਤਾ ਦੀ ਖਾਤਰ ਜਾਂ ਸੱਤਾ ਦੇ ਨਜ਼ਦੀਕ ਆਉਣ ਦੀ ਖਾਤਰ ਆਪਣੇ ਆਪ ਨੂੰ ਇਸ ਕਦਰ ਜਿਹੜਾ ਅੰਦੋਲਨਾਂ ਤੋਂ, ਇਹੋ ਜਿਹੇ ਅੰਦੋਲਨ ਤੋਂ ਜਿੱਥੇ ਨਿਆਂ ਤੇ ਇਨਸਾਫ ਘੱਟੋ ਘੱਟ ਜਿਹੜੇ ਹੈਗੇ ਆ ਖਿਡਾਰੀ ਹੈ, ਕੌਮੀ ਪੱਧਰ ਦੇ ਖਿਡਾਰੀ ਹੈ, ਕੌਮਾਂਤਰੀ ਪੱਧਰ ਦੇ ਖਿਡਾਰੀ ਹੈ, ਉਹਨਾਂ ਨੂੰ ਤਾਂ ਸਾਰਿਆਂ ਨੂੰ ਜਿਹੜਾ ਇਹਨਾਂ ਕੁੜੀਆਂ ਦੇ ਨਾਲ ਆ ਕੇ ਖੜੇ ਹੋਣਾ ਚਾਹੀਦਾ ਸੀ। ਇੱਕ ਹੋਰ ਵੱਡਾ ਸਵਾਲ ਨਵਦੀਪ ਇਹ ਵੀ ਹੈ, ਆਪਾਂ ਹਮੇਸ਼ਾ ਜਦੋਂ ਇਹਨਾਂ ਮਾਮਲਿਆਂ ਦਾ ਜ਼ਿਕਰ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਪਿੰਡਾਂ ਦੀਆਂ ਖਾਪ ਪੰਚਾਇਤਾਂ, ਅਸੀਂ ਕਹਿੰਦੇ ਹਾਂ ਕਿਸਾਨ, ਇਸ ਮਾਮਲੇ ਤੇ ਇੱਕ ਹੋਰ ਵਰਗ ਵੀ ਹੈ ਜਿਹੜਾ ਇਸ ਦੇਸ਼ ਦਾ ਬਹੁਤ ਵੱਡਾ ਫੈਸਲਾਕੁਨ ਵਰਗ ਹੈ, ਜਿਹਨੂੰ ਮੱਧ ਵਰਗੀ ਵਰਗ ਕਹਿੰਦੇ ਹੈ, ਸ਼ਹਿਰੀ ਵਰਗ ਕਹਿੰਦੇ ਹੈ। ਇਸ ਲੜਾਈ ਦੇ ਵਿੱਚ ਸ਼ਹਿਰੀ ਵਰਗ ਕੁਸਕਿਆ ਤੱਕ ਨਹੀਂ। ਆਪਾਂ ਜਾਣਦੇ ਹਾਂ, ਦੇਖੋ ਖਾਪ ਪੰਚਾਇਤਾਂ ਵਾਲੇ ਉੱਥੇ ਵੱਡੀਆਂ ਵੱਡੀਆਂ ਉਮਰਾਂ ਦੇ ਜਿਹੜੇ ਹੈਗੇ ਆ ਪੰਚ, ਸਰਪੰਚ, ਹੋਰ ਜਿਹੜੇ ਹੈਗੇ ਆ ਸਤਿਕਾਰਯੋਗ ਜਿਹੜੇ ਆਗੂ, ਜਿਹੜੇ ਪਿੰਡਾਂ ਦੇ ਬਜ਼ੁਰਗ ਜਿਹੜੇ ਹੈਗੇ ਆ, ਨੌਜਵਾਨ, ਉਹਨਾਂ ਦੀ ਹਮਾਇਤ 'ਚ ਜਾਂਦੇ ਰਹੇ ਆ। ਉਹਨਾਂ ਨੇ ਖਾਪ ਪੰਚਾਇਤਾਂ ਕਰਕੇ, ਬਲਕਿ ਇਸ ਅੰਦੋਲਨ ਨਾਲ ਜੁੜੀਆਂ ਕੁੜੀਆਂ ਵੱਲੋਂ ਹੱਥ ਜੋੜ ਕੇ ਗੱਲ ਕਹਿਣੀ ਪਈ ਕਿ ਤੁਸੀਂ ਜਿਹੜਾ ਹੈਗਾ ਇੱਦਾਂ ਦੀਆਂ ਖਾਪ ਪੰਚਾਇਤਾਂ ਵੱਖ-ਵੱਖ ਥਾਵਾਂ 'ਤੇ, ਕਦੇ ਜਮਨਾ ਨਗਰ, ਕਦੇ ਕੁਰਕਸ਼ੇਤਰ, ਕਦੇ ਹੋਰ ਕਿਸੇ ਸ਼ਹਿਰ ਦੇ ਅੰਦਰ ਇਸ ਤਰ੍ਹਾਂ ਨਾ ਕਰੋ।
ਆਪਾਂ ਇੱਕੋ ਜਗ੍ਹਾ ਤੇ ਵੱਡੀ ਖਾਪ ਪੰਚਾਇਤ ਰੱਖਾਂਗੇ ਜਿਹਦੇ ਤੇ ਇਸ ਮੁੱਦੇ ਤੇ ਗੱਲ ਕੀਤੀ ਜਾਂਦੀ ਹੈ। ਜਾਣੀ ਉਹ ਤਾਂ ਜੁੜਦੇ ਆ ਇਸ ਗੱਲ ਦੇ ਨਾਲ, ਕਿਸਾਨ ਵੀ ਜੁੜਦੇ ਆ, ਪਰ ਮੱਧ ਵਰਗੀ ਲੋਕ ਜਿਹੜਾ ਹੈਗਾ ਇਸੇ ਕਰਕੇ ਕਈ ਵਾਰੀ ਜਿਹੜੀਆਂ ਸਾਡੀਆਂ ਲਹਿਰਾਂ ਜਿੱਤ ਕੇ ਵੀ ਲੜਾਈ ਹਾਰ ਜਾਂਦੀਆਂ, ਕਿਉਂਕਿ ਜਿਹੜੇ ਘਰਾਂ 'ਚ ਬੈਠੇ ਲੋਕ ਹੁੰਦੇ ਆ ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਲੜਾਈ ਲੜਨ ਵਾਲੇ ਲੋਕਾਂ ਤੇ ਕੀ ਬੀਤਦੀ ਹੈ, ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ, ਉਹ ਕਿਸ ਕਦਰ ਨਿਆਂ ਤੇ ਇਨਸਾਫ ਚਾਹੁੰਦੇ ਆ। ਨਵਦੀਪ, ਮੈਂ ਬਿਲਕੁਲ ਇੱਕ ਸਧਾਰਨ ਦੀ ਮਿਸਾਲ ਦੇਣਾ ਚਾਹਾਂਗਾ ਜੀ। ਕਿਸੇ ਨੂੰ ਪਿਆਸ ਲੱਗੀ ਹੋਵੇ ਨਾ, ਹੁਣ ਆਪਾਂ ਜੂਨ ਦੇ ਮਹੀਨੇ 'ਚ ਦੀ ਲੰਘ ਰਹੇ ਹਾਂ, ਕਿਸੇ ਨੂੰ ਇੱਕ ਤਿੱਪ ਵੀ ਇੱਕ ਘੁੱਟ ਵੀ ਪਾਣੀ ਦੀ ਮਿਲ ਜੇ ਤਾਂ ਉਹ ਸ਼ੁਕਰ ਕਰਦਾ ਹੈ ਕਿ ਕਮ ਸੇ ਕਮ ਮੇਰਾ ਮੂੰਹ ਦਾ ਗਿੱਲਾ ਹੋਇਆ, ਮੈਂ ਅੱਗੇ 10 ਕਦਮ ਤੁਰਨ ਜੋਗਾ ਤਾਂ ਹੋ ਗਿਆ ਜੀ। ਜੇ ਉਹਨਾਂ ਕੁੜੀਆਂ ਨੂੰ ਸਾਥ ਮਿਲੇਗਾ ਮੱਧ ਵਰਗ ਦਾ, ਸਾਰੇ ਵਰਗਾਂ ਦਾ, ਤਾਂ ਉਹ ਕੁੜੀਆਂ 10 ਕਦਮ ਹੋਰ ਅੱਗੇ ਆਪਣੀ ਲੜਾਈ ਲਈ ਲੜ ਸਕਦੀਆਂ, ਜਾ ਸਕਦੀਆਂ। ਲੜਾਈ ਉਹਨਾਂ ਦੀ ਅਹੁਦਿਆਂ ਲਈ ਨਹੀਂ, ਨਾ ਹੀ ਲੜਾਈ ਉਹਨਾਂ ਦੀ ਨਿੱਜ ਦੀ ਹੈ, ਉਹਨਾਂ ਦੀ, ਮੈਂ ਤਾਂ ਕਹਾਂਗਾ ਨਵਦੀਪ, ਉਹਨਾਂ ਦੀ ਲੜਾਈ ਦੇਸ਼ ਦੀ ਅਣਖ ਦੀ ਲੜਾਈ ਹੈ, ਦੇਸ਼ ਦੀ ਸ਼ਾਨ ਦੀ ਲੜਾਈ ਹੈ। ਤੇ ਦੇਸ਼ ਦੀ ਨਵਦੀਪ ਅਣਖ ਹੀ ਨਹੀਂ ਰਹੇਗੀ ਕਿ ਮੱਧ ਵਰਗ ਤੇ ਕੀ ਵੱਡੇ ਵੱਡੇ ਖਿਡਾਰੀ ਜਿਹੜੇ ਤਗਮੇ ਚੁੱਕੀ ਫਿਰਦੇ ਤੇ ਆਪਣੇ ਵਰਗੇ ਮੀਡੀਆ ਤੋਂ ਏਡੀਆਂ ਏਡੀਆਂ ਤਸਵੀਰਾਂ ਲਗਾਉਂਦੇ ਆ, ਲਾਹਨਤ ਹੋਏਗੀ ਉਹਨਾਂ ਤੋਂ ਜੇ ਕੁੜੀਆਂ ਇਸ ਕਦਰ ਲੜਾਈ ਹਾਰਦੀਆਂ। ਜਿਹੜੀ ਅਗਲੀ ਗੱਲ ਕਰਾਂਗੇ ਉਹ ਫਿਰ ਤੋਂ ਕਰਾਂਗੇ ਸਾਡੇ ਦੇਸ਼ ਦਾ ਭਵਿੱਖ, ਸਾਡੇ ਬੱਚਿਆਂ ਬਾਰੇ ਕਿ ਪੰਜਾਬ ਸਰਕਾਰ, ਭਾਰਤ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਰੁਜ਼ਗਾਰ ਦੇ ਪੱਖੋਂ ਉਹਨਾਂ ਦੇ ਹੱਥ ਖੜੇ ਨੇ, ਉਹ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇਣ ਦੇ ਵਿੱਚ ਸਹੀ ਸਾਬਿਤ ਨਹੀਂ ਹੋ ਪਾਏ। ਬੱਚਿਆਂ ਨੂੰ ਚੰਗਾ ਭਵਿੱਖ ਇੱਥੇ ਨਹੀਂ ਦਿਖਦਾ, ਇਸ ਲਈ ਉਹ ਬਾਹਰਲੇ ਦੇਸ਼ਾਂ ਦਾ ਰੁਖ ਕਰ ਰਹੇ ਨੇ। ਕੈਨੇਡਾ, ਅਮਰੀਕਾ, USA ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਆਪਣਾ ਭਵਿੱਖ ਸੁਧਾਰਨਾ ਚਾਹੁੰਦੇ ਨੇ। ਬਹੁਤ ਸਾਰੇ ਏਜੰਟ ਨੇ ਜਿਹੜੇ ਘਰਾਂ ਦੇ ਬਾਹਰ ਹੀ ਆਪਣੇ ਡੇਰੇ ਖੋਲ ਕੇ ਬੈਠੇ ਹੋਏ ਨੇ, ਤਾਂ ਸਾਡੇ ਬੱਚੇ ਲਗਾਤਾਰ ਉਹਨਾਂ ਏਜੰਟਾਂ ਦੇ ਮੂੰਹਾਂ ਦੇ ਵਿੱਚ ਜਾ ਰਹੇ ਨੇ, ਕਿਉਂਕਿ ਏਜੰਟ ਕਿਵੇਂ ਨਾ ਕਿਵੇਂ ਉਹਨਾਂ ਨੂੰ ਬਾਹਰ ਤਾਂ ਭੇਜ ਦਿੰਦੇ ਨੇ, ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ 25, 30 ਜਾਂ 40 ਲੱਖ ਰੁਪਇਆ ਲਾ ਕੇ ਅਸੀਂ ਜਿੱਥੇ ਜਾ ਰਹੇ ਹਾਂ ਉੱਥੇ ਸੇਫ ਵੀ ਹਾਂ, ਕਿ ਉਹ ਕਾਲਜ ਜੋ ਸਾਨੂੰ ਦੱਸੇ ਗਏ ਨੇ, ਜੋ ਸਾਡੇ ਫਾਰਮਾਂ ਦੇ ਵਿੱਚ ਭਰੇ ਗਏ ਨੇ, ਜੋ ਵੀਜ਼ਾ ਸਾਡੇ ਹੱਥ ਦੇ ਵਿੱਚ ਹੈ, ਕੀ ਉਹ ਵਾਕਿਆ ਹੀ ਹੈ। ਸੋ ਮਸਲਾ ਕੈਨੇਡਾ ਤੋਂ ਹੈ, ਸਭ ਨੂੰ ਪਤਾ ਹੈ। ਸੋਸ਼ਲ ਮੀਡੀਆ ਤੇ ਇਹ ਖਬਰ ਅੱਗ ਦੀ ਤਰ੍ਹਾਂ ਫੈਲੀ ਹੋਈ ਹੈ ਕਿ 700 ਦੇ ਕਰੀਬ ਜਿਹੜੇ ਬੱਚੇ ਨੇ ਉਹ ਕੈਨੇਡਾ ਦੇ ਵਿੱਚ ਫਸੇ ਹੋਏ ਨੇ। ਉਧਰੋਂ ਡਿਪੋਰਟ ਕਰਨ ਦੀਆਂ ਉਹਨਾਂ ਨੂੰ ਤਿਆਰੀਆਂ ਲਗਾਤਾਰ ਵਿੱਢੀਆਂ ਜਾ ਰਹੀਆਂ ਨੇ। ਕਈਆਂ ਦੇ ਮਸਲੇ ਇਹ ਹੈ ਵੀ ਜਿਨ੍ਹਾਂ ਕਾਲਜਸ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਉੱਥੇ ਉਹ ਕਾਲਜ ਹੀ ਹੈ ਨਹੀਂ। ਕਈਆਂ ਦੇ ਜਿਹੜੇ ਕਾਗਜ਼ਾਤ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਗਲਤੀ ਹੈ ਜਿਹੜੀ ਉਹ ਪਾਈ ਗਈ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਬੇਸ਼ੱਕ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਹਿਮਾਇਤ ਕਰਨ ਦੀ ਗੱਲ ਕੀਤੀ ਗਈ ਹੈ, ਪਰ ਜਿਹੜੇ ਅੱਜ ਇਹ ਸਭ ਕੁਝ ਭੁਗਤ ਰਹੇ ਨੇ, ਸਰਕਾਰ ਦਾ ਜਸਟ ਇੱਕ ਬਿਆਨ ਆਇਆ, ਕਾਰਵਾਈ ਸਰਕਾਰ ਕਦੋਂ ਕਰੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਸਾਡੇ ਬੱਚੇ ਰੋ ਰਹੇ ਨੇ, ਵਿਲਕ ਰਹੇ ਨੇ, ਇੱਧਰ ਮਾਪੇ ਨੇ ਜਿਹੜੇ ਉਹ ਪਰੇਸ਼ਾਨ ਨੇ, ਉਹਨਾਂ ਬਾਰੇ ਗੱਲਬਾਤ ਕਰਨੀ ਬਣਦੀ ਹੈ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ? ਨਵਦੀਪ, ਵੱਡਾ ਸਵਾਲ ਹੈ ਜਿਸ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਹੋ। ਅਸਲ 'ਚ ਤਾਂ ਮੈਂ ਕਹਾਂਗਾ ਕਿ ਸਾਡੀ ਨਵੀਂ ਪੀੜ੍ਹੀ ਦੀ, ਸਾਡੇ ਭਵਿੱਖ ਦੀ, ਸਾਡੇ ਫਿਊਚਰ ਦੀ ਗੱਲ ਹੈ। ਜੇ ਪਿਛਲੇ ਦਿਨਾਂ 'ਚ ਮੈਂ ਜਿਹੜੀਆਂ ਕੁਝ ਰਿਪੋਰਟਾਂ ਆਈਆਂ ਉਹਨਾਂ ਨੂੰ ਆਪਾਂ ਦੇਖੀਏ ਤਾਂ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਪਿਛਲੇ ਕੁਝ ਸਾਲਾਂ ਤੋਂ ਘਟਣ ਦੀ ਬਜਾਏ ਵਧੀ ਹੈ। ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਦਾਅਵੇ ਕਰਦੇ ਆ। ਹੁਣ ਕੱਲ੍ਹ ਵੀ ਮੈਂ ਉਹਨਾਂ ਦਾ ਇੱਕ ਭਾਸ਼ਣ ਦੇਖ ਰਿਹਾ ਸੀ ਜਿਹਦੇ 'ਚ ਕਹਿੰਦੇ ਸੀ ਕਿ ਹੁਣ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਜਾਣ ਦੀ ਲੋੜ ਨਹੀਂ ਪਏਗੀ। ਚੰਗੀ ਗੱਲ ਆ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਇੱਥੇ ਮਿਲਣਾ ਚਾਹੀਦਾ ਹੈ। ਹਾਂ, ਜੇ ਕੋਈ ਹਾਇਰ ਐਜੂਕੇਸ਼ਨ ਲੈ ਕੇ, ਖਾਸ ਡਿਗਰੀ ਲੈ ਕੇ, ਖਾਸ ਤਰ੍ਹਾਂ ਦੀ ਐਜੂਕੇਸ਼ਨ ਜਾਂ ਖਾਸ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਕੋਈ ਇੱਦਾਂ ਦੀ ਜੋਬ ਹੈਗੀ ਆ, ਉਹ ਵੱਖਰੀ ਗੱਲ ਹੈ। ਪਰ ਆਈਲੈਟਸ ਕਰਕੇ 10+2 ਕਰਕੇ ਸਾਡਾ ਜਿਹੜਾ ਰਾ ਮਟੀਰੀਅਲ ਹੈ, ਸਾਡੀ ਯੁਵਾ ਪੀੜ੍ਹੀ ਹੈ, ਜਦੋਂ ਜਾਂਦੀ ਹੈ ਤਾਂ ਆਪਾਂ ਸਮਝਦੇ ਹਾਂ ਕਿ ਕਿਸ ਕਦਰ ਜਾਂਦੀ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਕਿੰਨੇ ਕਜੀਆ ਕਲੇਸ਼ ਇੱਦਾਂ ਦੇ ਹੈਗੇ ਆ ਕਿ ਵੀ ਕਿਸੇ ਪੇਰੈਂਟਸ ਨੇ ਆਪਣਾ, ਕਿਸੇ ਨੇ 40 ਲੱਖ, ਕਿਸੇ ਨੇ 30 ਲੱਖ, ਕਿਸੇ ਨੇ 35 ਲੱਖ, ਫਿਰ ਰਗੜੇ ਝਗੜੇ ਜਿਹੜੇ ਹੈਗੇ ਆ, ਕਿਸੇ ਨੇ ਆਪਣੇ ਮੁੰਡੇ ਨੂੰ ਕਿਸੇ ਤਰ੍ਹਾਂ ਭੇਜਿਆ, ਕਿਸੇ ਨੇ ਲੜਕੀ ਨੂੰ ਕਿਸੇ ਤਰ੍ਹਾਂ ਭੇਜਿਆ, ਫਿਰ ਉਹਨਾਂ ਦੇ ਲੜਾਈਆਂ ਝਗੜੇ। ਤੇ ਹੁਣ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ, ਮਾਮਲਾ ਤਾਂ ਦੇਖੋ ਵੱਡਾ ਬੇਰੁਜ਼ਗਾਰੀ 'ਚੋਂ ਨਿਕਲਦਾ ਹੈ ਜੀ। ਜਿੱਦਾਂ ਮੈਂ ਕਿਹਾ ਕਿ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਨਹੀਂ ਜਾਣਾ ਪਏਗਾ। ਹੁਣ ਉਹ ਕਹਿੰਦੇ ਕਿ ਜਿਹੜੀ ਪ੍ਰਾਈਵੇਟ ਇੰਡਸਟਰੀ ਹੈ ਸਾਡੇ ਸੂਬੇ ਦੇ ਅੰਦਰ ਇਸ ਕਦਰ ਆ ਰਹੀ ਹੈ ਕਿ 3 ਲੱਖ ਤੋਂ ਜ਼ਿਆਦਾ ਦੀ ਉਹਨਾਂ ਨੇ ਕੋਈ ਫਿਗਰ ਇਹਦੇ ਨਜ਼ਦੀਕ ਦਿੱਤੀ ਹੈ ਕਿ ਇੱਦਾਂ ਜਿਹੜੀਆਂ ਜੋਬਾਂ ਉਹਨਾਂ ਨੂੰ ਹੋਰ ਮਿਲਣਗੀਆਂ। ਚੰਗੀ ਗੱਲ ਹੈ, ਹੋਣਾ ਚਾਹੀਦਾ, ਪਰ ਅਜੇ ਤੱਕ ਜਿਹੜਾ ਸਾਲ ਸਵਾ ਸਾਲ ਆਪ ਦਾ ਵੀ ਨਿਕਲ ਗਿਆ। ਮੈਂ ਇਹ ਵੀ ਕਹਾਂਗਾ ਕਿ ਕੇਵਲ ਆਪ ਦੀ ਗੱਲ ਨਹੀਂ, ਇਹ ਤਾਂ ਲੜੀ ਪਿੱਛੇ ਤੋਂ ਹੀ ਤੁਰੀ ਆ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਵੀ ਬਹੁਤੇ ਚੰਗੇ ਕੰਮ ਨਹੀਂ ਕੀਤੇ ਇਸ ਤਰ੍ਹਾਂ ਦੇ ਕਿ ਰੁਜ਼ਗਾਰ, ਪਹਿਲੀ ਗੱਲ ਤਾਂ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਲੋਕ ਉਹਨਾਂ ਨੂੰ ਲਾਉਂਦੇ ਹੀ ਕਿਉਂ।
पर नवीं सरकार की जिम्मेवारी बनती है जानी पिछे तो चलिया आ रहा मामला कि रोज़गार की बजाय जो लगातार बेरोज़गारी वध रही है, हुण भी बेरोज़गारी वध रही है। तो जोड़े बच्चों का तुसीं गल कर रहे हो 700 बच्चे जोड़े जिन्हों के इस गल है कि उन्होंने सर्टिफिकेट जाली है, जिन्होंने कॉलेजों च दाखले ले गए, ट्रैवल एजेंटां वालों जिस कदर वो सर्टिफिकेट पेश किए गए, हुण जांच पड़ताल तो बाद जो उन्होंने अगला स्टैप आया तो पाया गया कि जाली है, उन्होंने वापसी का खदशा, उन्होंने वापसी की तलवार लटक रही है। ये बहुत वड्डा मामला है। जानी तुसीं आपां 700 के जोड़े विद्यार्थी है उन्होंने काफ़ी वड्डा हिस्सा वो है जोड़ा सीधे तौर पर पंजाब नाल ही जुड़िया हुआ होएगा। जो उन्होंने भविख की गल करते हैं तो आप अंदाज़ा ही लगा सकते हैं कि उन्होंने मापिया नाल की बीतती होगी, उन्हें मापिया का की असर होएगा, किद्दां उन्होंने भेजा होएगा, किद्दां बच्चों को सामना करना पेगा। मापे बच्चों लिए एक बहुत बड़ी समस्या आएगी कि किस मुँह वापस जाएंगे वो। सो एक अंदोलन कर रहे, लड़ाई लड़ रहे उत्थे अपने भविख नूं लैके, पर नाल दी नाल जिहड़ा हैगा उन्हां दा अंदोलन जां भविख साडे अपने इत्थों नाल भी जुड़िया हुआ है। उत्थों दा कोई कसूर किसी दा है कि नहीं है, पर जिथों गए है इत्थे जरूर कसूर है। इत्थे वड्डी पद्धर ते जिहड़ा एजेंटां वालों कबलेबाजियां कीतियां जांदियां, उन्हां दे जाली सर्टिफिकेट जिहड़े कि नत्थ के नाल जिहड़ा उन्होंने भेजा गया, जिस तरीके नाल अखां च कट्टा पा के उन्होंने दूजे पैसे जिहड़े लखां रुपए बर्बाद किए गए उन्होंने ते हुण खीरी उन्होंने वापस आउणा पिया। इहो जी स्थिति दे विच जिहड़ा हैगा वड्डी जिम्मेवारी जिहड़ी ट्रैवल एजेंट जिन्हां ने ये कार्य कीते जिहड़े हैगे उन्हां ते नत्थ पैनी चाहीदी है। ये कदे पहलां पिछले समय च नहीं कि पहली बारी ये गल उठी है, इस तो पहलां भी नवदीप अक्सर जिहड़ा हैगा साल 2 साल बाद वड्डे मामले उठदे आ। आपां जाणदे कि कई बारी बड़े ट्रैजिक जिहड़े हैगे इंसीडेंट इदां दे हुंदे आ कि किस कदर गलत ढंग तरीके नाल साडी नौजवान पीढ़ी विदेशां जाण की कोशिश करती है, किते जंगलों किते समुद्रां किते इदां दे हादसिਆਂ ਦੇ ਵਿੱਚ ਉਹ अपने जानां तो हथ धो बैठते हैं। वड्डी त्रासदी है, वड्डे वड्डे इन्हां मामलों ते सवाल उठते रहे हैं, पर हुण 700 की भी बहुत वड्डी गिनती है। बेशक उत्थों की सरकार ने उत्थों के जिहड़े प्रधानमंत्री है उन्होंने इस गल का भरोसा दिता है कि असीं न्याय ते इंसाफ इन्हां नूं मिलेगा, क्योंकि कसूर इन्हां दे नहीं, कसूर उन्हां दा है जिन्हां ने इन्हां नाल ज़्यादती कीती है, जिन्हां ने धोखा कीता है। उत्थों के पार्लीमेंट मैंबर भी उन्हां दे नाल इस मामले च खड़े होए आ। कनेडा के जिहड़े पंजाबी भाईचारा वो भी उन्हां दे नाल डट के खड़े, एक मॉरल सपोर्ट भी है। पर इसके बावजूद भी बेसिक रिस्पोंसिबिलिटी जिदा आप गल कर रहे हैं कुलदीप धालीवाल, उन्होंने एक दिन पहला NRI मंत्री है, हूँ उन्होंने कहा गया कि असीं उत्थे उन्होंने लीगल मदद भी करांगे, उन्होंने हर तरह की हैल्प देवांगे ताकि उन्होंने न्याय ते इंसाफ उत्थे उन्होंने मिल सके, वो कनेडा दे विच ही रह सकन, जिहड़ी एजुकेशन पूरी करनी है वो कर सकन, रोज़गार का मामला रोज़गार उन्होंने उत्थे मिले। इस कदर बेकदरी दे नाल जानी बेइज्जती दे नाल वापस ना आउण, असीं उन्हां दी पूरी कानूनी मदद करांगे। ये मदद तो ठीक है, हुण अगे लड़ाई लड़ी जाएगी किस कदर उस मुल्क दे जाके किन्नी क मदद हो सकती है, किन्ना कुछ दा सिस्टम है, किस कदर लैंदे आ, वो तो एक वक्री गल हैगी है। पर वड्डा सवाल है जो कुछ इत्थे वापरदा उहनूं नत्थ क्यों नहीं पाई जाती। ये नवदीप किते बड़ा वड्डा ग्रोह हैगा, इत्थे ट्रैवल एजेंट, पॉलिटिशियन, प्रशासकीय अधिकारी, ये कोई कला सधारण ट्रैवल एजेंट नहीं इदां दी गल कर सकदा। उहदे पिछे ना पिछे किसी वेले कोई भी जिहड़ी सत्ता च आउंदी ते रहो कहंदी जी असीं तां बड़े न्याय पसंद है, इंसाफ पसंद है, जिद्दां हुण आप वाले आए है वो कहंदे साडे नालों वध कोई दुੱਧ तोता नहीं हैगा, असीं बड़े न्याय पसंद है। इदों पहलां जिहड़े छड्ड के गए पंजाब नूं, जिस कदर पंजाब दा हाल होया वो कहंदे सी साडे नालों वड्डा कोई न्याय पसंद नहीं हैगा, असीं तां पंजाब दी खातर ही। मतलब मैं नवदीप जिहड़ा हैगा गल होर पासे चली जाती है। मंत्रियों के कमरिਆਂ च जिहड़ियां हैगियां तख्तियां लगियां देखियां कि असीं सेवा लिए आउने आ, सेवा साडा कुछ लोगों ने बना लिया कि सेवा नहीं ये तो मेवा लिए आउंदे आ। सो जिहड़े लोग मेवा खट्टण दे लई आउंदे आ ये उन्हां दा घर है। देखो किदां सैकड़े बच्चे उन्हां दा भविख बर्बाद हो गया, उन्हां दे जिहड़े हज़ारां सैकड़े जिहड़े परिवार है वो किस कदर चिंता दे च फसे हुए है। जिम्मेवार कौन है? जिम्मेवार इत्थों दा प्रशासन, मुख्य तौर पर प्रशासन मैं कहांगा। इस करके जदों तक असीं कोई होर वड्डे वड्डे दावे करने हुंदे है कि असीं पंजाब नूं विकास दे राह ते लैके जा रहे हैं, पंजाब लई असीं ये खोल रहे हैं, पंजाब लई ओह ले आए, उदों तां दावेदारियां, उदों तां नवदीप जिहड़े हैगे साडे आटो रिक्शा हुंदे ना उन्हां दे पिछे भी अपने बोर्ड लगा दिंदे आ, बसां दे पिछे भी बोर्ड लगा दिंदे आ। जे तुहाडे घर च किसी दे घर च 2 किलो आटा देना जां होर कोई थैली देनी है ਉਹਦੇ ਤੇ भी मुख्यमंत्री की फोटो लगी होएगी। तो जो बेकदरी हुंदी है, ज़ाती हुंदी है, उदों नहीं कहते साडी जिम्मेवारी है। ये जिम्मेवारी भी चाहे पहलियां सरकारां दी है
चाहे हुण सरकार दी है, सरकारां दी बहुत वड्डी जिम्मेवारी है। साडी धन दौलत तां लुट्टी गई, साडा तां भविख भी लुटिया जा रहा नवदीप। इस तो वड्डी गल की है? असीं इदां तां कहंदे रहने, आपां जर्नलिस्ट भी कहंदे रहने कि जी जहाज़ां दे जहाज़ भर के जिहड़े विदेशां नूं जा रहे हैं, रोज़गार लई जा रहे हैं, पढ़ाई लई जा रहे हैं। देख लो की हाल होया, जिहड़े 700 बच्चे है किस तरह उन्होंने सिर ते तलवार लट करी है। कौन है जिम्मेवार? आखिर जिहड़ा सिस्टम हुंदा ना नवदीप, वो अपने आप नूं पिछे लुकाउण दी कोशिश करदा, परदे दे पिछे चले जांदे आ। जानी हुण किसी ट्रैवल एजेंट ते गाज गरजेगी आके, कोई कहणगे जी ये बच्चों का बनता सी, सर्टिफिकेट देखने चाहिए सी, कोई कहेगा जी पेरेंट्स की जिम्मेवारी बनती सी, उन्होंने देखना चाहिए सी इस कॉलेज दाखला लेना कि नहीं लेना। पर जिन्हां दी वजह करके ये देश लुटिया जा रहा है, जिन्हां दी वजह करके बच्चों का फ्यूचर खराब होया, उन्हां दी कोई जिम्मेवारी नहीं बनती। कोई एक नेता तो स्टेजां ते बोले ना कि असीं भी जिम्मेवार हैं। सो बहुत वड्डा ये सवाल है। ये सवाल इस करके ही वड्डा है क्योंकि अगे नूं भी बेशक साडियां सरकारां दावे करदियां कि भी असीं जिहड़ा हैगा इत्थे ही जिहड़ा हैगा रोज़गार दे। मैं तो कई बार नवदीप बड़ा हैरान होना ते बल्कि कहांगा परेशान भी होना कि किस तरह की मार्केटिंग हो रही है। मंडीकरण जानी मैं कहांगा कि जिद्दां पिछले दिनां च आ रहा सीगा कि साडियां कुछ कुड़ियां औरतां मां च दुबई च किदां भेजियां गईयां, उन्हां नूं किस तरह जिहड़ा डंगरां दी तरह जानवरां दी तरह बेचिया जांदा। किस कदर साडा निगार आ गया मार्केटिंग किस कदर हुंदी है कि हुण एक पासे दे बच्चे जिहड़े हैगे आ 700 बच्चा उन्हां दीयां खबरां लग रही हैं कि उन्हां दा भविख खतर च है। दूजे पासे आईलैट्स वाले अज भी एडे वड्डे इश्तिहार कि तुसीं जी एक फोन चक्को, साडे नाल गल करो, तुहाडे कोई डिग्री किहड़ी है किहड़ी नहीं, तुसीं अगे इम्तिहान पास कीता कि नहीं कीता, साडे कोले आओ, असीं तुहाडे लई पहले ही होटल बुक किए होणगे, असीं तुहाडे पैसे भी बाद च लवांगे। जानी एक पासे तो बच्चे लड़ रहे मर रहे हैं, दूजे पासे एडवरटाइजमेंट भी इश्तिहारबाजी भी जिहड़े व्यापारी है ना, किस कदर व्यापारीकरण हो गया है समानता का कि साडे बच्चे रुल रहे हैं। दूजे पासे जिहड़े बच्चों के व्यापारी है वो अज भी कहते कि साडियां दुकानां खुलियां हैं। कोई इस गल का जवाब देवेगा जिहड़े आईलैट्स पढ़ाउंदे ते करवाउंदे है कि साडी वजह करके 700 बच्चा अज जिहड़ा हैगा ये भुगत रहा है, साडी वजह करके 700 बच्चे की जान कड़की च है। आईलैट्स का करवाने हो पर बच्चों का जिहड़ा व्यापारीकरण करते हो उसका जवाब भी नवदीप लिया जाना चाहिए। समय की सरकार ते बहुत वड्डा सवाल है जी। बिल्कुल, तो समय दी सरकारां ते वाकई ही सवाल तो बहुत वड्डे ने, पर हुण समय दी सरकारां दे विधायकां ते वड्डे वड्डे दोष भी लगदे होए नज़र आ रहे ने। ताज़ा ही दोष विधायका सरबजीत कौर माणूके ते लग्गिआ कि उन्हां वल्लों जगराओं दे विच एक कोठी ते कब्जा कर लिया गया है ते उन्हां वल्लों जिहड़े हैगे ने विधायक वल्लों यह गल कही गई है कि मैं पुलिस नूं सूचना दे दित्ती है कि मैं जिस कोठी दे विच रह रही हाँ वो कोठी किराए ते है ते जिहड़ा भी इसदा मालिक होएगा, वैसे जिहड़ा मालिक है उसनूं मैं किराया दे रही हाँ, पर जिहड़ा दूजा मालिक है उन्हां विचों जेकर ये साबित हो जाता भी किहड़ा इसदा असली मालिक है, मैं उसनूं चाबियां दे देवांगी। सिद्धू साहब की कहना चाहोगे? नवदीप जिद्दां मैं पहलां भी कह के हटिया ना, जिहड़ियां सत्ता च तरह हैगियां चाहे भारतीय जनता पार्टी केंद्र च बैठी है वो कहते साढ़े कोल इहो जी मशीन है, जिहड़ा भी साडी मशीन च पै जाएगा जे काला धागे चिट्टा हो के निकलेगा। इदां ही आप वाले कहते हैं कि असीं तां नवीं मशीन लैके आए हैं, पिछली तां 70-75 साल पुरानियां मशीनां सी, वो तां कहंदे सारियां मशीनां ही गंदियां सी, ਉਹਦੇ ਤਾਂ ਜੇ ਸਾਫ भी ਵੜਦਾ ਸੀ ਤਾਂ भी गंदा हो के निकलता जिवें कोले की खाण चों निकलिया हुंदा। ये कहते साडे कोल इहो जी मशीन है, जे कोले की खाण च ही बड़िया तो अगे आके आए निकल के दुध ना नहा के निकलिया। सो यही जी मशीन वालियां दी गल तुसीं कर रहे हो। सरबजीत कौर माणूके ने कीता कि नहीं कीता इहदा जवाब तो उही दे सकदी है कि भी की है, पर इहदे ते सवाल तो जरूर उठना सुभाविक है। एक MLA और वो भी हाकम दर्दी MLA होवे, MLA भी दूजी बार MLA हुण ਇਹਦਾ ਜਦੋਂ ਜਾਂਚ ਪੜਤਾਲ ਹੋਗੀ ਮਾਮਲਾ ਤਾਂ ਪਹਿਲੀ ਗੱਲ ਤਾਂ ਜਾਂਚ ਪੜਤਾਲ ਕਿੱਦਾਂ ਦੀ ਹੋਏਗੀ। ਆਪਾਂ ਲੰਬਾ ਸਮਾਂ ਗੱਲ ਕੀਤੀ ਹੈ ਮਹਿਲਾ ਪਹਿਲਵਾਨਾਂ ਦੇ ਮੁੱਦੇ ਤੇ। ਇਸ ਮੁਲਕ ਦੇ ਅੰਦਰ ਨਿਆਂ ਤੇ ਇਨਸਾਫ ਲੈਣਾ ਸਭ ਤੋਂ ਔਖਾ ਕੰਮ ਹੈ। ਇਸੇ ਕਰਕੇ ਇਹ ਸਾਰਾ ਕੁਝ ਵਾਪਰਦਾ। ਜੇ ਨਿਆਂ ਤੇ ਇਨਸਾਫ ਮਿਲਣ ਲੱਗ ਜੇ ਤਾਂ ਠੱਗੀਆਂ ਮਾਰਨ ਵਾਲਿਆਂ ਨੂੰ ਜ਼ਿਆਦਤੀਆਂ ਕਰਨ ਵਾਲਿਆਂ ਨੂੰ ਵੀ ਸ਼ਾਇਦ ਹਿੰਮਤ ਨਾ ਪਵੇ। ਹੁਣ ਇੱਕ ਮਾਣੂ ਕਿ ਇੱਕ ਰਿਸਪੈਕਟੇਬਲ MLA 2 ਵਾਰ MLA ਬਣੀ ਹੈ। आखिर सवाल क्यों उठे नवदीप? मैं नहीं कहता उन्हें उसका कसूर है, मैं नहीं कहता उसका कसूर नहीं है, ना असीं उन्हें सर्टिफिकेट दे सकते हैं ना ही उसनूं बरी कर सकते हैं। एक महिला ने कंप्लेंट दर्ज करवाई है, NRI महिला ने, कि मैं पिछले 8-10 साल तो बाहर सी, जगराओं शहर दे विच उहदी कोठी
ਕੋਈ ਹੀਰਾ ਨਗਰ ਜਾਂ ਇੱਦਾਂ ਦਾ ਨਗਰ ਹੈ ਜਿੱਥੇ ਉਹਦੀ ਕੋਠੀ ਹੈ ਜੀ। ਉਸ ਕੋਠੀ ਨੂੰ ਕਹਿੰਦੀ ਇਹਨਾਂ ਨੇ ਜਿੰਦਰੇ ਤੋੜੇ, ਜਿੰਦਰੇ ਤੋੜ ਕੇ ਕਹਿੰਦੀ ਅੰਦਰ ਬੈਠ ਗਈ ਹੈ। ਉੱਥੋਂ ਤੱਕ ਪਤਾ ਨਹੀਂ ਸੜਕ ਵੀ ਕੱਚੀ ਪੱਕੀ ਬਣਾ ਲਈ ਹੈ, ਉਹ ਸਾਰੀ ਉਹਦੀ ਰੈਨੋਵੇਸ਼ਨ ਕਰ ਲਈ ਹੈ, ਕੋਠੀ ਨੂੰ ਸ਼ਿੰਗਾਰ ਲਿਆ। ਤੇ ਜਦੋਂ ਹੁਣ ਮਾਣੂਕੇ ਨੂੰ ਇਹ ਗੱਲ ਪੁੱਛੀ ਜਾ ਰਹੀ ਹੈ, ਉਹ ਕਹਿੰਦੀ ਪਹਿਲਾਂ ਇਹ ਤਾਂ ਦੱਸੋ ਦਾ ਮਾਲਕ ਕੌਣ ਹੈ। ਹੁਣੇ ਤਾਂ ਜਦ ਮਾਣੂਕੇ ਦੱਸੇ ਵੀ ਕਿਹੜੇ ਮਾਲਕ ਤੋਂ ਲਈ ਸੀ ਉਹਨਾਂ ਨੇ। ਦੇਖੋ ਦੋ ਤਾਂ ਨਹੀਂ ਤੇਰਾ ਨਾ, ਕੋਈ ਬਹੁਤਾ ਲੰਮਾ ਚੌੜਾ ਕੰਮ ਤਾਂ ਹੈ ਨਹੀਂ। ਬਿਲਕੁਲ। ਜਾਂ ਤਾਂ ਮਾਣੂਕੇ ਗੱਲ ਦੱਸਣ ਕਿ ਮਾਲਕ ਕਿਹੜਾ, ਕਿਹੜੇ ਮਾਲਕ ਤੋਂ ਲਈ ਹੈ। ਜੇ ਆਪਾਂ ਕੋਈ ਸੌਦਾ ਕਰਦੇ ਹਾਂ ਨਵਦੀਪ, ਕਿਸੇ ਤੋਂ ਕਿਰਾਏ ਤੋਂ ਲੈਂਦੇ ਹਾਂ, ਜੇ ਬੱਸ 'ਚ ਵੀ ਕਿਸੇ ਨਜ਼ਦੀਕ ਚੜ੍ਹਦੇ ਹਾਂ ਦੇਖਦੇ ਤਾਂ ਹੈ ਕਿ PRTC ਦੀ ਬੱਸ ਹੈ ਕਿ ਪਨ ਬੱਸ ਹੈ ਕਿ ਬਾਦਲਾਂ ਦੀ ਬੱਸ ਹੈ, ਕਿਹਦੀ ਬੱਸ ਹੈ। ਜੇ ਕੋਠੀ ਕਿਰਾਏ ਤੇ ਲਈ ਹੈ ਇਹ ਤਾਂ ਪਤਾ ਹੋਏਗਾ ਹੀ ਮਾਣੂਕੇ ਨੂੰ ਕਿ ਮਾਲਕ ਇਹਦਾ ਕੌਣ ਹੈ। ਜੇ ਮਾਲਕ ਕੌਣ ਹੈ ਤਾਂ MLA ਸਾਹਿਬਾਂ ਨੂੰ ਦੱਸਣਾ ਚਾਹੀਦਾ ਕਿ ਇਹਦਾ ਮਾਲਕ ਕੌਣ ਹੈ। ਮੈਂ ਉਹਦਾ ਬਿਆਨ ਆਪ ਸੁਣਿਆ, ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਮਾਲਕੀ ਦਾ ਫੈਸਲਾ ਕਰ ਲੈਣਾ, ਜਿਹੜਾ ਮਾਲਕ ਹੋਏਗਾ ਕਹਿੰਦੇ ਮੈਂ ਉਹਨੂੰ ਚਾਬੀਆਂ ਫੜਾ ਦੂੰ। ਮੈਂ ਸੁਣ ਕੇ ਹੈਰਾਨ, ਮੈਂ ਕਿਹਾ ਫਿਰ ਮਾਣੂਕੇ ਜੱਜ ਹੋ ਗਏ, ਇਹਦਾ ਮਤਲਬ ਤਾਂ ਇਹ ਹੋਇਆ ਨਾ ਕਿ ਵੀ ਮਾਲਕ ਕਿਹੜਾ ਉਹ ਫੈਸਲਾ ਕਰ ਲੈਣਾ, ਜਿਹੜਾ ਮਾਲਕ ਹੋਏਗਾ ਕਹਿੰਦੀ ਮੈਂ ਚਾਬੀਆਂ ਉਹਨੂੰ ਦੇ ਦੂੰ। ਕਦੇ ਐ ਹੋਇਆ ਵੀ ਕਿਰਾਏਦਾਰ ਦੇ ਹੱਥੇ ਚਾਬੀਆਂ, ਮਾਲਕ ਤਲਵਾਰਾਂ ਘੁਮਾਉਣ ਪਹਿਲਾਂ ਕੋਰਟਾਂ 'ਚ ਘੁਮਾਉਣ ਜਾਂ ਜੋ ਵੀ ਕਰਨ ਉਹ, ਤੇ ਕਿਰਾਏਦਾਰ ਉੱਥੇ ਬੈਠਾ, ਉਹ ਕਹਿੰਦਾ ਜਿਹੜਾ ਆ ਕੇ ਜਿਹੜਾ ਜਿੱਤ ਕੇ ਆ ਜਾਏਗਾ ਮੈਂ ਚਾਬੀਆਂ ਉਹਨੂੰ ਦੇ ਦੂੰ। ਹੁਣ ਇਹਦੇ 'ਚ ਸੱਚ ਕੀ ਹੈ ਇਹ ਤਾਂ ਨਿਆਂ ਜਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ। ਪਰ ਜਿਹੜੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਕਹਿੰਦੀ ਹੈ, ਦੇਖੋ ਮਾਮਲਾ ਕੀ ਹੈ, ਅਸੀਂ ਬਗੈਰ ਜਾਂਚ ਦੇ ਅਸੀਂ ਮਾਣੂਕਿਆਂ ਬਾਰੇ ਕੋਈ ਇਹੋ ਜਿਹੀ ਗੱਲ ਨਹੀਂ ਕਹਿ ਸਕਦੇ ਕਿ ਉਸਨੇ ਹੜੱਪਿਆ ਜਾਂ ਉਸਨੇ ਗਲਤ ਗੱਲ ਕੀਤੀ ਹੈ। ਪਰ ਇੱਕ NRI ਵੱਲੋਂ ਬਕਾਇਦਾ ਸ਼ਿਕਾਇਤ ਕੀਤੀ ਗਈ ਹੈ, ਮੀਡੀਆ 'ਚ ਆਇਆ, ਜਿਸ ਸ਼ਿਕਾਇਤ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਔਰ ਉਹ ਸ਼ਿਕਾਇਤ ਇੰਨੀ ਸਿੰਪਲ ਨਹੀਂ, ਕਿਉਂਕਿ ਮਾਣੂਕੇ ਨੂੰ ਜਵਾਬ ਦੇਣਾ ਪਿਆ ਇਸ ਗੱਲ ਦਾ। ਉਹਨੇ ਕਿਹਾ ਕਿ ਵੀ ਮੈਂ ਤਾਂ ਕਿਰਾਏ ਤੇ ਲਈ ਵੀ ਹੈ, ਮੇਰਾ ਤਾਂ ਇਸ ਗੱਲ ਨਾਲ ਕੋਈ ਰੌਲਾ ਗੋਲਾ ਹੀ ਨਹੀਂ ਹੈ, ਮਾਲਕਾਂ ਦਾ ਰੌਲਾ ਹੈ। ਜਿੱਦਾਂ ਮੈਂ ਕਿਹਾ ਉਹ ਫੈਸਲਾ ਕਰ ਲੈਣ, ਕਹਿੰਦੀ ਮੈਂ ਤਾਂ ਚਾਬੀਆਂ ਉਸ ਨੂੰ ਦੇ ਦੂੰ। ਪਰ ਕਿਸੇ MLA ਦਾ ਨਾਂ ਜੁੜੇ ਹੀ ਕਿਉਂ? ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਆ, ਮੇਰਾ ਖਿਆਲ ਤਾਂ ਦਿਨ 'ਚ ਦੀ 3-3 ਵਾਰੀ ਬੋਲਦੇ ਹੋਣੇ ਆ ਜਾ ਕੇ ਸਟੇਜਾਂ ਦੇ ਉੱਤੇ ਕਿ ਅਸੀਂ ਜਿਹੜਾ ਹੈਗਾ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਦੇ ਖਿਲਾਫ। ਜਿਹੜੀਆਂ ਪਿਛਲੀਆਂ ਪਾਰਟੀਆਂ ਰਹੀਆਂ ਸੱਤਾ ਦੇ ਵਿੱਚ 70-75 ਸਾਲ, ਨਵਦੀਪ ਆਪਾਂ ਉਹਨਾਂ ਨੂੰ ਸਰਟੀਫਿਕੇਟ ਤਾਂ ਨਹੀਂ ਦੇ ਸਕਦੇ, ਉਹਨਾਂ ਨੇ ਵੀ ਬਹੁਤ ਕੁਝ ਕੀਤਾ ਹੈ। ਜਿੱਦਾਂ ਮੈਂ ਕਹਿਣਾ ਹੁੰਦਾ ਕਿ ਅਕਸਰ ਜਦੋਂ ਮੈਂ ਜਰਨਲਿਜ਼ਮ 'ਚ ਆਇਆ ਸੀ ਤਾਂ ਜਿਹੜੇ ਪੋਲੀਟੀਸ਼ੀਅਨ ਸਕੂਟਰ ਲੈ ਕੇ ਘੁੰਮਦੇ ਸੀ ਤੇ ਹੁਣ ਹਵਾਈ ਜਹਾਜ਼ਾਂ ਤੋਂ ਹੇਠਾਂ ਸਫ਼ਰ ਨਹੀਂ ਕਰਦੇ, ਜਾਇਦਾਦਾਂ ਬਣਾ ਲਈਆਂ ਤਾਂ ਵੱਖਰੀ ਗੱਲ ਹੈ, ਆਪਾਂ ਉਹਨਾਂ ਨੂੰ ਕੋਈ ਸਰਟੀਫਿਕੇਟ ਨਹੀਂ ਦਿੰਦੇ। ਪਰ ਜਿਹੜੇ ਲੋਕ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਹੈ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਬਹੁਤ ਲੁੱਟਿਆ ਲੋਕਾਂ ਨੂੰ, ਅਸੀਂ ਤਾਂ ਦੁੱਧ ਧੋਤੇ ਆ ਗਏ ਹਾਂ, ਅਸੀਂ ਤਾਂ ਇਹੋ ਜਿਹੀ ਗੱਲ ਹੋਣ ਨਹੀਂ ਦਿੰਦੇ। ਭਲੇ ਮਾਨਸ ਤੁਹਾਨੂੰ ਸਾਲ ਸਵਾ ਸਾਲ ਹੋਇਆ ਆਇਆਂ ਨੂੰ, ਇੱਕ ਮੰਤਰੀ ਬਾਰੇ ਆ ਗਿਆ, ਇੱਕ ਹੋਰ ਮੰਤਰੀ ਬਾਰੇ ਇਹੋ ਜਿਹੀ ਵੀਡੀਓ ਨੂੰ ਲੈ ਕੇ ਤੁਰੀ ਫਿਰਦੀ ਆ ਗੱਲ, 2-4 ਵਾਰੇ ਹੋਰ ਵੀ ਤੁਰੀ ਫਿਰਦੀ ਹੋਣੀ ਗੱਲ। ਹੁਣ 2 ਵਾਰ ਮਾਣੂਕੇ ਰਹੇ, ਇਹਨਾਂ ਬਾਰੇ ਸਵਾਲ ਹੀ ਕਿਉਂ ਉੱਠੇ? ਸੋ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ। ਤੁਸੀਂ ਇਨਸਾਫ ਦਿਓ, ਨਿਆਂ ਪਸੰਦ ਰਹੋ, ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਰੱਖੋ, ਰਹਿਣੀ ਚਾਹੀਦੀ ਹੈ। ਪਰ ਅਮਲੀ ਤੌਰ ਤੇ ਜਿੱਦਾਂ ਕਹਿੰਦੇ ਆ ਕਿ ਅਮਲਾਂ ਨਾਲ ਨਵੇੜੇ ਹੋਣੇ ਚਾਹੀਦੇ ਆ। ਸੋ ਮਾਣੂਕੇ ਨੂੰ ਇਸ ਮਾਮਲੇ ਤੇ ਆਪ ਦਖਲ ਦੇ ਕੇ ਜਿਹੜਾਗਾ ਇਹ ਜੋ ਉਹਨਾਂ ਤੇ ਗੱਲ ਬਣੀ ਹੈ, ਕੱਲ ਇੰਨੀ ਗੱਲ ਮਾਣੂਕੇ ਬਹੁਤ ਸਿਆਣੇ ਆ, ਮੈਂ ਸਤਿਕਾਰ ਕਰਦਾ ਉਹਨਾਂ ਦਾ, ਪਰ ਇੰਨੀ ਗੱਲ ਨਹੀਂ ਹੈਗੀ ਕਿ ਵੀ ਇਹ ਕਹਿ ਦੇਣ ਵੀ ਚਾਬੀ ਮੇਰੇ ਕੋਲੇ ਹੈ, ਜਿਹੜਾ ਮਾਲਕ ਹੋ ਜਾਊਗਾ ਆ ਕੇ ਚਾਬੀ ਹੁਣ ਤਾਂ ਚੰਦਰਮਾ ਤੋਂ ਤਾਂ ਡਿੱਗੀ ਨਹੀਂ, ਕੋਈ ਤਾਂ ਮਾਲਕ ਹੋਏਗਾ ਹੀ ਨਾ। ਜਿਹੜਾ ਮਾਲਕ ਸੀਗਾ ਕਮ ਸੇ ਕਮ ਉਹਨੂੰ ਜਾ ਕੇ ਫੜਾ ਦੇਣ, ਆਪੇ ਫੈਸਲਾ ਕਰ ਲੈਣਗੇ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਆਪਾਂ, ਮੈਂ ਇੱਕ ਗੱਲ ਹੋਰ ਕਹਿ ਕੇ ਜਿਹੜਾ ਹੈਗਾ, ਦੇਖੋ ਅਸੀਂ ਕਹਿੰਦੇ ਕਿ ਚੰਨੀ ਨੇ ਬਹੁਤ ਭ੍ਰਿਸ਼ਟਾਚਾਰ ਕੀਤਾ, ਅਸੀਂ ਚੰਨੀ ਨੂੰ ਕੋਈ ਸਰਟੀਫਿਕੇਟ ਨਹੀਂ ਦਿੰਦੇ, ਭ੍ਰਿਸ਼ਟਾਚਾਰ ਕੀਤਾ ਤਾਂ ਭੁਗਤਣਾ ਚਾਹੀਦਾ, ਬਿਲਕੁਲ ਭੁਗਤਣਾ ਚਾਹੀਦਾ। ਜਿਹਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਉਹਦੇ ਖਿਲਾਫ ਕਾਰਵਾਈ ਹੋਵੇ, ਕੋਈ ਦੋ ਰਾਮਾ ਨਹੀਂ, ਸਾਰੇ ਵੈਲਕਮ ਕਰਨਗੇ। ਚੰਨੀ ਨੂੰ ਕਹਿੰਦੇ ਹੁਣ 13 ਤਰੀਕ ਨੂੰ ਬੁਲਾ ਲਿਆ, ਬੁਲਾਓ, ਮੋਸਟ ਵੈਲਕਮ। ਕਿਸੇ ਹੋਰ ਨੂੰ ਬੁਲਾ ਲਿਆ, ਕਿ ਤੀਜੇ ਨੂੰ ਬੁਲਾ ਲਿਆ, ਕਦੇ ਕਿੱਕੀ ਨੂੰ ਬੁਲਾ ਲਿਆ, ਕਦੇ ਸਿੰਗਲੇ ਨੂੰ ਬੁਲਾ ਲਿਆ, ਕਿ ਸਾਧੂ ਸਿੰਘ ਧਰਮਸੋਤ ਨੂੰ ਬੁਲਾ ਲਿਆ, ਕਿੰਨੇ ਨਾਂ ਲੈਣ ਲੱਗੇ ਤਾਂ ਆਪਾਂ ਕਾਂਗਰਸ ਵਾਲਿਆਂ ਦੇ ਸ਼ਾਇਦ ਆਪਣਾ ਸਮਾਂ ਹੀ ਸਮਾਪਤ ਹੋ ਜੇ। ਉਹਨਾਂ ਨੂੰ ਜਮ ਕੇ ਬੁਲਾਓ, ਕੋਈ ਗੱਲ ਨਹੀਂ। ਪਰ ਜੇ ਹਾਕਮ ਧਿਰ ਬਾਰੇ ਸਵਾਲ ਉੱਠਦੇ ਆ ਤਾਂ ਲੋਕ ਤੁਹਾਡੇ ਤੋਂ ਤਵੱਕੁ ਕਰਦੇ ਆ ਕਿ ਤੁਹਾਡੇ ਵੱਲੋਂ ਵੀ ਨਿਆਂ ਤੇ ਇਨਸਾਫ ਦਾ ਉਹੀ ਕੰਡਾ, ਉਹੀ ਸਿਸਟਮ ਰਹਿਣਾ ਚਾਹੀਦਾ ਜਿਹੜਾ ਦੂਜਿਆਂ ਦੇ ਉੱਪਰ ਵੀ ਲਾਗੂ ਹੁੰਦਾ। ਜੀ ਬਿਲਕੁਲ। ਤੇ ਸਮਾਂ ਸਾਡੇ ਕੋਲ 3 ਮਿੰਟ ਦਾ ਬਾਕੀ ਬਚਿਆ। ਇਸ ਸਮੇਂ ਦੇ ਦੌਰਾਨ ਆਪਾਂ ਗੱਲ ਕਰਾਂਗੇ
ਅਕਾਲੀ ਦਲ ਤੋਂ ਬਾਕੀ ਹੋਈ ਬੀਬੀ ਜਗੀਰ ਕੌਰ ਦੀ ਜਿਹੜੇ ਕਿ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ, ਜਿਨ੍ਹਾਂ ਨੇ ਜਿਹੜੇ ਕਿ ਇਸਤਰੀ ਅਕਾਲੀ ਦਲ ਇਸਤਰੀ ਵਿੰਗ ਦੇ ਵੀ ਪ੍ਰਧਾਨ ਰਹੇ, ਪਿਛਲੇ ਸਮੇਂ ਦੇ ਦੌਰਾਨ ਉਹ ਅਕਾਲੀ ਦਲ ਨਾਲੋਂ ਵੱਖ ਹੋ ਗਏ ਤੇ ਹੁਣ ਉਹਨਾਂ ਵੱਲੋਂ ਇੱਕ ਨਵੀਂ ਪਾਰਟੀ ਬਣਾਏ ਜਾਣ ਦਾ ਐਲਾਨ ਵੀ ਕੀਤਾ ਗਿਆ ਤੇ ਨਾਲ ਦੀ ਨਾਲ ਉਹ ਐਸਜੀਪੀਸੀ ਚੋਣਾਂ ਲੜਨ ਦੀ ਵੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ। ਸਿਰਫ ਗੱਲ ਹੀ ਕਹੀ ਨਹੀਂ ਗਈ, ਬਾਕੀ ਪਾਰਟੀਆਂ ਨੂੰ ਹੋਰ ਜਿਹੜੇ ਨੇ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਐਸਜੀਪੀਸੀ ਆ ਉਹ ਕਿਸੇ ਇੱਕ ਪਰਿਵਾਰ ਦੀ ਨਹੀਂ ਹੈ, ਸਾਰੇ ਜਾਣੇ ਆਓ ਇਸ ਚੋਣਾਂ ਦੇ ਵਿੱਚ ਭਾਗ ਲਓ ਤਾਂ ਆਪਾਂ ਹੰਭਲਾ ਮਾਰੀਏ, ਐਸਜੀਪੀਸੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਜ਼ਰੂਰ ਲੜੀਆਂ ਜਾਣ। ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਸ ਵਾਰ ਐਸਜੀਪੀਸੀ ਦੀਆਂ ਚੋਣਾਂ ਜਿਹੜੀ ਉਹ ਜ਼ਰੂਰ ਲੜੂਗੀ। ਕੀ ਕਹਿਣਾ ਚਾਹੋਗੇ ਸਿੱਧੂ ਸਾਹਿਬ? ਨਵਦੀਪ, ਤੁਸੀਂ ਤਾਂ ਇਹ ਸਵਾਲ ਕਰਕੇ ਮੇਰਾ ਧਿਆਨ ਹੀ ਲੈ ਲਿਆ। 2-3 ਮਿੰਟ ਰਹਿੰਦੇ ਆ, 2-3 ਮਿੰਟ 'ਚ ਤਾਂ ਜੇ ਅਕਾਲੀ ਦਲਾਂ ਦਾ ਨਾਂ ਲੈਣ ਲੱਗੇ ਤਾਂ ਨਾਂ ਹੀ ਨਹੀਂ ਮੁਕੰਮਲ ਹੋਣੇ, ਇੰਨੇ ਅਕਾਲੀ ਦਲ ਹੈ ਜੀ। ਤੇ ਹੁਣ ਬੀਬੀ ਜਗੀਰ ਕੌਰ ਦਾ ਆਪਾਂ ਗੱਲ ਕਰਦੇ ਹਾਂ। ਦੇਖੋ, ਇੱਕ ਬੜਾ ਰਿਸਪੈਕਟੇਬਲ ਕਦਾਵਰ ਨਾਂ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੈ, ਲੰਬਾ ਸਮਾਂ ਅਕਾਲੀ ਦਲ 'ਚ ਮੋਹਰੀਆਂ ਸਫਾਂ 'ਚ ਰਹੇ ਹੈ। ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਤੋਂ ਵੱਖ ਹੋ ਗਏ ਹੈ, ਵੱਖਰੇ ਹੋ ਕੇ ਉਹਨਾਂ ਨੇ ਐਸਜੀਪੀਸੀ ਦੀ ਸਾਲਾਨਾ ਚੋਣ ਹੁੰਦੀ ਹੈ, ਖਰੋ ਜਨਰਲ ਚੋਣ ਤਾਂ ਨਹੀਂ। ਹੁਣ ਜਿਹੜਾ ਰੌਲਾ ਪੈ ਰਿਹਾ ਨਵਦੀਪ, ਉਹ ਜਨਰਲ ਚੋਣ ਦਾ ਹੈ। ਜਨਰਲ ਚੋਣ ਦੇ ਮੁੱਦੇ ਦੇ ਉੱਤੇ ਆ ਕੇ ਅਜੇ ਸਮਾਂ ਲੱਗੇਗਾ ਇਸ ਗੱਲ ਦੇ ਉੱਤੇ ਕਿ ਕੀ ਫੈਸਲਾ ਹੁੰਦਾ ਹੈ, ਕੌਣ ਜਿਹੜੇ ਉਮੀਦਵਾਰ ਮੈਦਾਨ 'ਚ ਉਤਰਦੇ, ਕਿਉਂਕਿ ਅਜੇ ਤਾਂ ਵੋਟਰ ਲਿਸਟਾਂ ਦੀ ਸੁਧਾਈ ਹੋਣੀ ਹੈ, ਵੋਟਰ ਲਿਸਟਾਂ ਦੀ ਸੁਧਾਈ ਹੋਏਗੀ, ਉਹ ਤੋਂ ਅੱਜ ਕਿਹੜੇ ਵੋਟਰ ਬਣਦੇ ਆ, ਸਾਰਾ ਕਿੱਦਾਂ ਸਿਸਟਮ ਬਣਦਾ, ਉਹਦੇ ਨਾਲ ਕਾਫੀ ਗੱਲ। ਪਰ ਇੱਕ ਗੱਲ ਜ਼ਰੂਰ ਹੈ ਕਿ ਥੋੜਾ ਮੈਦਾਨ ਜਿਹੜਾ ਹੈਗਾ ਐਸਜੀਪੀਸੀ ਦੀਆਂ ਇਲੈਕਸ਼ਨ ਲਈ ਉਹ ਭਖਣਾ ਸ਼ੁਰੂ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵਦੀਪ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ। ਜਿਹੜੀ ਵੀ ਧਿਰ ਇਹਦੇ ਤੇ ਸੱਤਾ ਤੇ ਕਾਬਜ਼ ਰਹੀ ਹੈ, ਅਕਸਰ ਇਹ ਮੰਨਿਆ ਜਾਂਦਾ ਹੈ ਕਿ ਉਹ ਸਿੱਖ ਪੰਥ ਦੀ, ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਹੈ। ਅਕਾਲੀ ਦਲ ਵੀ ਜੇ ਲੰਮੇ ਸਮੇਂ ਤੋਂ ਜਿਹਦੀ ਅਗਵਾਈ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਉਸ ਤੋਂ ਬਾਅਦ ਪਹਿਲਾਂ ਜਗਦੇਵ ਸਿੰਘ ਤਲਵੰਡੀ, ਯਸ਼ਵੰਤ ਸਿੰਘ ਲੌਂਗੋਵਾਲ, ਵੱਡੇ ਕਦਾਵਰ ਨਾਂ ਹੈ ਜਿਹੜੇ ਅਗਵਾਈ ਕਰਦੇ ਰਹੇ ਅਕਾਲੀ ਦਲ ਦੀ, ਪਰ ਐਸਜੀਪੀਸੀ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਰਹੀ ਹੈ। ਅਕਾਲੀ ਦਲ ਤੇ ਐਸਜੀਪੀਸੀ ਨੂੰ ਅੱਜ ਤੱਕ ਅਲੱਗ ਕਰਕੇ ਨਹੀਂ ਦੇਖਿਆ ਗਿਆ। ਪਿਛਲਾ ਕੁਝ ਸਮਾਂ ਆਇਆ ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ, ਪ੍ਰਕਾਸ਼ ਸਿੰਘ ਬਾਦਲ ਅਲੱਗ ਹੋਏ, ਉਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਕੋਸ਼ਿਸ਼ ਕੀਤੀ ਕਿ ਐਸਜੀਪੀਸੀ ਦੇ ਅਕਾਲੀ ਦਲ ਨੂੰ ਇੱਕ ਅਲੱਗ ਕਰਕੇ ਰੱਖਿਆ ਜਾ ਸਕਦਾ ਹੈ, ਪਰ ਉਹ ਕਾਮਯਾਬ ਨਹੀਂ ਹੋਏ। ਆਖਰ ਉਹਨਾਂ ਨੂੰ ਫਿਰ ਅਕਾਲੀ ਦਲ ਦੇ ਨਾਲ ਹੀ ਆ ਕੇ ਸਹਿਮਤ ਹੋਣਾ ਪਿਆ। ਇਸੇ ਤਰੀਕੇ ਨਾਲ ਹੁਣ ਜਦੋਂ ਐਸਜੀਪੀਸੀ ਦੀਆਂ ਜਨਰਲ ਇਲੈਕਸ਼ਨ ਆ ਰਹੀਆਂ ਨੇ, ਉਹਦੀ ਵੱਡਾ ਸਵਾਲ ਇਹ ਹੈ ਕਿ ਕੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਸੱਤਾ ਤੇ ਰਹਿ ਸਕੇਗੀ। ਅਸੀਂ ਹੁਣ ਸਮਾਂ ਵੀ ਨਹੀਂ ਹੈ ਜਿੱਦਾਂ ਨਵਦੀਪ ਨੇ ਕਿਹਾ, ਪਰ ਅਸੀਂ ਦਰਸ਼ਕਾਂ ਲਈ ਇਹ ਸਵਾਲ ਛੱਡ ਕੇ ਜਾ ਰਹੇ ਹਾਂ ਇਸ ਮੁੱਦੇ ਤੇ। ਫਿਰ ਵੀ ਆਪਾਂ ਚਰਚਾ ਆਪਣੀ ਗੱਲ ਜਾਰੀ ਰੱਖਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਬਹੁਤ ਵੱਡਾ ਸਵਾਲ ਹੈ ਕਿ ਅਗਲੀ ਵਾਰ ਜਦੋਂ ਜਨਰਲ ਚੋਣਾਂ ਹੋਣਗੀਆਂ ਤਾਂ ਕਿਸ ਦਾ ਜਨਰਲ ਹਾਊਸ ਬਣੇਗਾ, ਕਿਹੜੀ ਧਿਰ ਜਿੱਤ ਕੇ ਆਏਗੀ। ਇੱਕ ਗੱਲ ਪੱਕੀ ਹੈ ਬਿੰਗ ਜਰਨਲਿਸਟ ਮੈਂ ਕਹਿ ਸਕਦਾ ਹਾਂ, ਜਿਹੜੀ ਧਿਰ ਜਿੱਤ ਕੇ ਆਏਗੀ ਉਸੇ ਦਾ ਹੀ ਅਕਾਲੀ ਦਲ ਹੋਏਗਾ, ਉਸੇ ਦੀ ਸਿੱਖ ਪੰਥ ਦੀ ਨੁਮਾਇੰਦਗੀ ਹੋਏਗੀ। ਪਰ ਇੰਤਜ਼ਾਰ ਕਰਨਾ ਪਏਗਾ ਕਿ ਸਿੱਖ ਪੰਥ ਫਤਵਾ ਵੀ ਕੀ ਦਿੰਦਾ ਇਹਨਾਂ ਚੋਣਾਂ ਦੇ ਬਾਰੇ। ਜੀ ਬਿਲਕੁਲ। ਤੇ ਸਿੱਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹੱਦ ਪਿਆਰ ਕਰਦੇ ਹੋ। ਬਹੁਤ ਸਾਰੇ ਸੁਨੇਹੇ ਤੁਹਾਡੇ ਫੇਸਬੁੱਕ ਤੇ YouTube ਦੇ ਜ਼ਰੀਏ ਆਉਂਦੇ ਨੇ, ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਹੈ ਜਿਹੜੇ ਉਹ ਜ਼ਰੂਰ ਦਿੱਤੇ ਜਾਣ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ, ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।